ਵੇਲਿਆਂ ਦੇ ਮਾਲਕ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਜੀ ਉਪਸਥਿਤ ਹੋ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਮੋਲਕ ਬਚਨ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਅੱਜ 6ਵੀਂ ਅਸ਼ਟਪਦੀ ਦਾ ਪਹਿਲਾ ਅੱਧ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਨੇ ਅੱਜ ਦੇ ਸ਼ਲੋਕ ਵਿੱਚ ਪਰਮਾਤਮਾ ਦੇ ਰਸਤੇ ਤੇ ਤੁਰਨ ਵਾਲੇ ਲੋਕਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ, ਜਿਨ੍ਹਾਂ ਨੂੰ ਵਾਰ-ਵਾਰ ਬਾਣੀ ਵਿੱਚ 5 ਵਿਕਾਰ ਕਹਿ ਕੇ ਸੰਬੋਧਿਤ ਕੀਤਾ ਗਿਆ। ਇਹ 5 ਵਿਕਾਰ ਕਿਵੇਂ ਵਿਨਸਣਗੇ? ਇਹ ਧਰਮੀ ਬੰਦੇ ਦੇ ਰਸਤੇ ਵਿੱਚ ਰੁਕਾਵਟ ਹੈ। ਕਾਮ, ਕ੍ਰੋਧ, ਲੋਭ, ਮੋਹ ਔਰ ਅਹੰਕਾਰ। ਸਤਿਗੁਰੂ ਨੇ ਇਸ ਕੰਮ ਵਾਸਤੇ ਗੁਰੂਦੇਵ ਦੀ ਬਖਸ਼ਿਸ਼ ਦੀ ਮੰਗ ਕੀਤੀ ਹੈ। ਗੁਰੂ ਦੇ ਚਰਨਾਂ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਪ੍ਰਸਾਦ, ਆਪਣੀ ਬਖਸ਼ਿਸ਼ ਕਰੋ। ਇਹਦਾ ਮਤਲਬ ਜੋ ਕੰਮ ਆਦਮੀ ਖੁਦ ਨਾ ਕਰ ਸਕੇ ਉਸ ਵਾਸਤੇ ਸਹਾਇਤਾ ਮੰਗੀ ਜਾਂਦੀ ਹੈ, ਨਹੀਂ ਤੇ ਕੋਈ ਸਹਾਇਤਾ ਨਹੀਂ ਮੰਗਦਾ। ਸਹਾਇਤਾ, ਅਰਦਾਸ, ਬੇਨਤੀ, ਤਰਲਾ, ਮੰਗ ਉਹੀ ਕਰੇਗਾ। ਅਸੀਂ ਤਾਂ ਹੀ ਕਿਸੇ ਤੋਂ ਕੰਮ ਕਵਾਂਗੇ ਕਿਸੇ ਨੂੰ ਜਿਹੜਾ ਕੰਮ ਸਾਡੇ ਵੱਸ ਦਾ ਨਹੀਂ। ਇਸ ਕਰਕੇ ਜੋ ਇਹ 5 ਵਿਕਾਰ ਪਹਿਲਾਂ ਗਿਣੇ, ਕਾਮ, ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵ, ਇਹ ਬਿਨ ਸਜਾਣਗੇ, ਖਤਮ ਹੋ ਜਾਣਗੇ। ਕਿਵੇਂ ਖਤਮ ਹੋਣਗੇ? ਨਾਨਕ ਪ੍ਰਭ ਸ਼ਰਨਾਗਤੀ, ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਕਰ ਪ੍ਰਸਾਦ ਗੁਰਦੇਵ। ਸ਼ਰਨ ਪਰਮਾਤਮਾ ਦੀ, ਪ੍ਰਸਾਦ ਗੁਰੂ ਦਾ। ਪ੍ਰਸਾਦ ਦੇ ਅਰਥ ਕਿਰਪਾ, ਰਹਿਮਤ। ਕਿਉਂਕਿ ਇਹਨਾਂ ਨੂੰ ਅੱਜ ਤੱਕ ਕੋਈ ਮਨੁੱਖ ਆਪਣੀ ਸਮਝਦਾਰੀ ਨਾਲ ਜਿੱਤ ਨਹੀਂ ਸਕਿਆ। ਜਿਉਂ ਹੀ ਮਨੁੱਖ ਇਸ ਰਾਹ ਤੇ ਤੁਰਦਾ, ਇਹ 5 ਸ਼ਕਤੀਆਂ ਜੀਵਨ ਦੀਆਂ, ਸਰੀਰ ਦੀਆਂ, ਜਿਨ੍ਹਾਂ ਨੂੰ ਕਈ ਥਾਵਾਂ ਤੇ 5 ਚੋਰ, 5 ਦੁਸ਼ਟ, 5 ਵਿਕਾਰ, ਹੋਰ ਕਈ ਕੁਝ ਲਿਖਿਆ। ਇਹ ਉਸੇ ਵਿਅਕਤੀ ਦੇ ਜੀਵਨ ਵਿੱਚ ਬਹੁਤੇ ਉੱਭਰਦੇ ਨੇ ਜਿਹੜਾ ਸਿਮਰਨ ਦੇ ਰਾਹ ਤੇ ਤੁਰਦਾ। ਇਹ ਵੀ ਖਿਆਲ ਰੱਖੋ। ਬਾਕੀ ਦਿਆਂ ਨੂੰ ਤੇ ਪਤਾ ਹੀ ਨਹੀਂ ਲੱਗਦਾ ਹੈਣ ਵੀ ਕਿ ਨਹੀਂ। ਉਸੇ ਨੂੰ ਪਤਾ ਲੱਗਦਾ ਮੈਂ ਗੁਲਾਮ ਆ ਜਿਹੜਾ ਬਾਗੀ ਹੈ। ਗੁਲਾਮੀ ਦਾ ਪਤਾ ਗੁਲਾਮਾਂ ਨੂੰ ਕਦੀ ਨਹੀਂ ਲੱਗਦਾ। ਜਿਹੜੇ ਲੋਕ ਗੁਲਾਮੀ ਵਿੱਚ ਜਿਉਣਾ ਸਿੱਖ ਜਾਣ ਉਹ ਕਹਿਣਗੇ ਆਜ਼ਾਦੀ ਹੁੰਦੀ ਕੋਈ ਨਹੀਂ, ਆਹੀ ਤੇ ਜੀਵਨ, ਗੁਲਾਮ ਰਹਿਣਾ। ਆਦਤ ਹੈ ਮਨੁੱਖ ਦੀ। ਇੱਕ ਇਹ ਵਿਗਿਆਨ ਹੈ ਕਿ ਬੰਦੇ ਦੇ ਗਲ ਵਿੱਚ 10 ਦਿਨ ਰੱਸੀ ਪਾ ਕੇ ਰੱਖੋ, ਬਿਨਾਂ ਕਿਸੇ ਕੰਮ ਤੋਂ। 10 ਦਿਨ ਰੱਸੀ ਪਾ ਕੇ ਰੱਖੋ, ਭਾਵੇਂ ਆਪਣੇ ਗਲ ਵਿੱਚ ਆਪ ਹੀ ਪਾ ਕੇ 10 ਦਿਨ ਵਾਸਤੇ ਰੱਖ ਲਈ। ਸੁਭਾਵਿਕ ਤੌਰ ਤੇ ਕੋਈ ਕੱਪੜਾ, ਕੋਈ ਰੱਸੀ, ਕੋਈ ਹੱਥ ਨੂੰ ਪਾ ਲਈਏ, ਤੇ ਜਦੋਂ 10 ਦਿਨਾਂ ਬਾਅਦ ਲਾਵਾਂਗੇ ਤੇ ਬੰਦੇ ਨੂੰ ਮਹਿਸੂਸ ਹੋਵੇਗਾ ਮੇਰੇ ਕੋਲੋਂ ਕੁਝ ਗਵਾਚ ਗਿਆ, ਮੇਰੀ ਕੋਈ ਪੂੰਜੀ ਲੁੱਟੀ ਗਈ। ਆਦਤ ਪੈ ਜਾਂਦੀ ਨਾਲ ਰੱਖਣ। ਗੁਲਾਮ ਲੋਕਾਂ ਨੂੰ ਕਦੇ ਨਹੀਂ ਪਤਾ ਲੱਗਦਾ ਕਿ ਇਹ 5 ਵਿਕਾਰ ਹੈਣ ਜੀਵਨ ਵਿੱਚ। ਜਿਹੜੇ ਇਸ ਜੀਵਨ ਵਿੱਚ ਉੱਠ ਕੇ ਬਗਾਵਤ ਕਰ ਦਿੰਦੇ ਨੇ ਇਸ ਜ਼ਿੰਦਗੀ ਤੋਂ, ਬਾਗੀ ਹੋ ਜਾਂਦੇ ਨੇ। ਜਿਹਨੂੰ ਸੂਰਮੇ ਕਿਹਾ, ਖੇਤ ਜੋ ਮਾਂਡੇ ਉਹ ਸੂਰਮਾ, ਅਬ ਜੂਝਣ ਕੋ ਦਾਓ। ਉਹ ਹੀ ਕਹਿੰਦੇ ਨੇ 5 ਵਿਕਾਰ ਹੁੰਦੇ ਨੇ। ਬਾਕੀਆਂ ਨੂੰ ਤੇ ਇਹਨਾਂ ਦੀ ਇਉਂ ਕਹਿ ਲਓ ਵੀ ਇਹਨਾਂ ਦਾ ਪਤਾ ਹੀ ਨਹੀਂ ਹੁੰਦੇ ਕੀ ਨੇ। ਤਾਂ ਜਦੋਂ ਇਸ ਰਾਹ ਤੇ ਤੁਰਿਆ ਕੋਈ ਧਾਰਮਿਕ ਮਨੁੱਖ ਤੇ ਰਸਤੇ ਦੀ ਰੁਕਾਵਟ ਉਹਦੇ ਜੀਵਨ ਵਿੱਚ ਆਉਂਦੀ ਤਾਂ ਹੀ ਸਤਿਗੁਰੂ ਨੇ
फिर दूसरी बेनती करा, अज तक इन्हां नूं ना कोई विद्या नाल जित सकिया, ना सियाणप नाल, ना समझ नाल जित सकिया। सतगुरु ने इन्हां दा जिक्र कीता है, गुरु अर्जन देव पातशाह ने। कहन लगे मैं चौवां वरनां दे सारे मनुखां नूं चंगी तरह कोख के वेख्या, और ऐसे ऐसे विद्वान भी वेखे ने जिन्हां दियां तलियां ते 6 शास्त्र लिखे होण, भाव मूँह जुबानी उन्हां नूं याद ने 6 शास्त्र। बड़े सोहणे ने, बड़े सुंदर ने, पर जिथे जाके 5 विकारां दी गल आउंदी है उन्हां दे गल विच भी रस्सी पई होई, वो भी इहदे तो बचे ने। 4 वर्ण 4 के मर्दन, 4 वर्ण ने सारी दुनिया, सारा संसार। 4 के मर्दन का अर्थ है इन्हां विचों जिहड़े अपने आप नूं कहिंदे कुहांदे बंदे ने उन्हां नूं मर्द कहिंदे ने। जिहड़े कहिंदे ने असीं बड़े पढ़े हाँ, असीं बड़े सियाणे हाँ, असीं बड़े जती सती हाँ, असीं बड़े करैक्टर वाले हाँ। 4 वर्ण 4 के मर्दन। खट दर्शन, दर्शन का अर्थ ही शास्त्र, खट का अर्थ है 6। कर तली रे, कर दा भाव है हथ, तली दा अर्थ है हथ दी तली। इउं जाणो कि उन्होंने 6 शास्त्र चंगी तरह घोखे ने, जिथों कवो कढ़ के मूँह जबानी सुना देंदे ने, इन्ने विद्वान ने। खट दर्शन कर तली रे। फिर कहंदे सुंदर सुगड़ स्वरूप सियाणे, बड़े सोहणे लगदे ने, बड़े सियाणे लगदे ने। पंचों ही मोहे छली रे, पर पंजा ने उन्होंने भी छद लिया, धोखा दे दिता। जिन मिल मारे पंच सूरबीर, ऐसो कौन बली रे। कोई है बली, कोई है सूरमा, जिन्हां ने इन्हां 5 विकारां नूं मार लिया। ऐसो कौन बली रे। अगे फिर बचन कीता, कहन लगे वड्डी फौज, ये कल्ले नहीं, इन्हां दे नाल इन्हां दी फौज भी रहिंदी, ये कल्ले जरनैल नहीं हन। वड्डी फौज वस भागै नाही, ये किसे मनुख तो कदी नहीं भजदे, भाव डरदे नहीं। वड्डी फौज वस भागै नाही, मोहकम फौज हठली रे। इन्हां दी फौज बड़ी हठ वाली, बड़ी ढीठ, बड़ी जिहड़ी थां ते खड़े हो जांदे ने सारी सारी उम्र उत्थों हिलदे नहीं किसे तो। वड्डी फौज वस भागै नाही, मोहकम फौज हठली रे। जदों इन्हां दा भयंकर रूप, ताकतवर रूप गुरु अर्जन देव जी ने बयान किया, ते सिख ने उठ के बेनती की, सच्चे पातशाह जी फिर इन्हां तो मनुख कदी नहीं जित सकदा, इन्हां तो कदी नहीं बच सकदा। ते सतगुरु ने अखीर ते कह दिता, कहन लगे नहीं, ये जे कोई मनुख साध संगत का किला बना लवे ना, संगत विच रहन लग पवे, वो मनुख इन्हां दी मार तो बच जांदा, बाकी कोई भी बचदा नहीं। अखीरली पंक्ति विच ये बचन कीते कि ये जिहड़े 5 विकार ने, पंचों ही मोह चली रे। जिन मिल मारे पंच सूरबीर, ऐसो कौन बली रे। ये जिन्हां ने पंच मार बार गुदारे, सो पूरा इस कली रे। अखीर ते क्या कहो नानक तिन जन निर्दलिया। निर्दलिया दा अर्थ है उसने इन्हां नूं मार लिया, उस मनुख ने इन्हां नूं दल सुटिया। कहो नानक तिन जन, उस जन ने, उस मनुख ने निर्दलिया इन्हां 5 दलां 5 विकारां नूं दल दिता। किसने। कहन लगे साध संगत कह झली रे। झली दा अर्थ है झल विच भाव, झल शब्द दा अर्थ है जंगल दी एक झल हुंदी जिहदे विच बच के सूरमे अपने आप नूं लुका के रखदे। इहदा मतलब की होया। ਇਹਦਾ मतलब है साध संगत विच ये आदमी बच सकता उन्हां तो। ते साध संगत किनू कवांगे। साध संगत जी सत्कार वजों आपां कह दिंदे आ साध संगत सारिआं नूं, पर ये ख्याल रखना बहु गिणती नूं साध संगत नहीं कहा जा सकदा। ਉਹਦੇ ਤੁਸੀਂ ਵੇਖੋ ਕਿ ਸਿਨੇਮਾ घर विच बहुत ज़्यादा है,
ਕਦੀ ਇਹ ਬਹੁਤੇ ਲੋਕਾਂ ਦੇ ਇਕੱਠ ਨੂੰ ਸਾਧ ਸੰਗਤ ਨਹੀਂ, ਹਾਂ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਉਹਨੂੰ ਆਪਾਂ ਸਾਧ ਸੰਗਤ ਕਹਿੰਦੇ ਹਾਂ। ਪਰ ਸਾਧ ਸੰਗਤ ਉਹਨਾਂ ਵਾਸਤੇ ਸ਼ਬਦ ਵਰਤਿਆ ਗਿਆ ਹੈ ਜਿਹੜੇ ਲੋਕਾਂ ਨੇ ਪਹਿਲਾਂ ਇਹਨਾਂ ਪੰਜ ਵਿਕਾਰਾਂ ਨੂੰ ਜਿੱਤ ਲਿਆ। ਉਹਨਾਂ ਦੀ ਸੰਗਤ ਕੀਤਿਆਂ ਹੀ ਮਨੁੱਖ ਇਹਨਾਂ ਤੋਂ ਬਚ ਸਕਦਾ। ਜਿਹੜਾ ਆਪ ਹੀ ਰੁੜਿਆ ਦੂਸਰੇ ਨੂੰ ਕੀ ਬਚਾ ਸਕੇ। ਕਹੋ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕਹਿ ਝਲੀ ਰੇ। ਤਾਂ ਇਹਦੇ ਵਿੱਚ ਕਰ ਪ੍ਰਸਾਦ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ ਵਿਕਾਰਾਂ ਦੀ ਭਿਅੰਕਰਤਾ, ਉਹਨਾਂ ਦੀ ਸ਼ਕਤੀ, ਉਹਨਾਂ ਦੀ ਤਾਕਤ ਔਰ ਮਨੁੱਖ ਦੀ ਨਿਰਬਲਤਾ ਵਿੱਚ ਜਿਹੜੀ ਹੈ ਬਿਆਨ ਕਰ ਰਹੇ ਨੇ। ਔਰ ਜੇ ਇਸ ਸ਼ਲੋਕ ਨੂੰ ਅਸੀਂ ਚੰਗੀ ਤਰ੍ਹਾਂ ਸਮਝਿਆ ਨਾ ਤੇ ਅਸੀਂ ਇੱਕ ਬੜੀ ਵੱਡੀ ਗਲਤੀ ਵਿੱਚ ਬੇਸੁਰਾ ਜ਼ੋਰ ਲਾਈ ਜਾਵਾਂਗੇ ਕਿ ਅਸੀਂ ਇਹਨਾਂ ਵਿਕਾਰਾਂ ਨੂੰ ਸਮਝ ਕੇ ਜਿੱਤ ਲੈਣਾ। ਕੋਈ ਨਹੀਂ ਜਿੱਤੇਗਾ। ਇਹਦੇ ਵਿੱਚ ਪ੍ਰਸਾਦ ਗੁਰਦੇਵ, ਗੁਰੂ ਦੇ ਪ੍ਰਸਾਦ ਦੀ ਲੋੜ ਹੈ, ਗੁਰੂ ਦੇ ਸਹਾਰੇ ਦੀ ਜ਼ਰੂਰਤ ਹੈ, ਗੁਰੂ ਦਾ ਆਸਰਾ ਲੈ ਕੇ ਤੁਰਨ ਦੀ ਲੋੜ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਦੇ ਵਿੱਚ ਇਹ ਪ੍ਰਸਾਦ ਸ਼ਬਦ ਵਾਰ-ਵਾਰ ਵਰਤਣਗੇ। ਮੈਂ ਥੋੜ੍ਹਾ ਜਿਹਾ ਇਸ ਅੱਖਰ 'ਤੇ ਬੇਨਤੀ ਕਰਦਿਆਂ ਪ੍ਰਸਾਦ ਕੀ ਹੈ। ਪ੍ਰਸਾਦ ਆਪਾਂ ਛਕਣ ਵਾਲੇ ਪ੍ਰਸ਼ਾਦੇ ਨੂੰ ਵੀ ਕਹਿੰਦੇ ਹਾਂ, ਕਿਉਂਕਿ ਇਸ ਅਸ਼ਟਪਦੀ ਵਿੱਚ ਵਾਰ-ਵਾਰ ਪ੍ਰਸਾਦ ਆਏਗਾ। ਪ੍ਰਸਾਦ ਦੇ ਅਰਥ, ਇਹਨੂੰ ਆਪਾਂ ਕਈ ਵਾਰੀ ਭੁਲੇਖੇ ਵਿੱਚ ਪ੍ਰਸ਼ਾਦ ਪੜ੍ਹ ਦਿੰਦੇ ਹਾਂ। ਇਹ ਪ੍ਰਸ਼ਾਦ ਨਹੀਂ ਹੈ। ਪ੍ਰਸਾਦ ਸ਼ਬਦ ਇਹਦੇ ਵਿੱਚ ਕਈ ਵਾਰੀ ਆਏਗਾ। ਪ੍ਰਸਾਦ ਦੇ ਅਰਥ ਨੇ ਰਹਿਮਤ, ਪ੍ਰਸਾਦ ਦੇ ਅਰਥ ਨੇ ਕਿਸੇ ਦੀ ਮਿਹਨਤ ਵੱਲ ਨਾ ਵੇਖਣਾ ਤੇ ਉਹਨੂੰ ਕੁਝ ਦੇ ਦੇਣਾ। ਪ੍ਰਸਾਦ ਉਹਨੂੰ ਕਹਿੰਦੇ ਨੇ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਹੈ ਉਹਦੇ ਅੰਦਰ ਸਾਧ ਸੰਗਤ ਵਾਰ-ਵਾਰ ਬਾਣੀ ਦੇ ਹੈਡਿੰਗ ਤੇ ਸਿਰਲੇਖ ਤੇ ਸਤਿਗੁਰ ਪ੍ਰਸਾਦ ਲਿਖਿਆ ਗਿਆ ਹੈ, ਕਿਉਂਕਿ ਸਤਿਗੁਰੂ ਦੇ ਪ੍ਰਸਾਦ ਵਿੱਚ ਇੰਨੀ ਕਿਰਪਾ ਹੈ ਕਿ ਮਨੁੱਖ ਕਿਸੇ ਵੀ ਕਾਰਜ ਨੂੰ ਸਿਰੇ ਚੜਾਉਣ ਦੇ ਯੋਗ ਨਾ ਹੋਵੇ, ਜੇ ਗੁਰੂ ਪ੍ਰਸਾਦ ਉਹਨੂੰ ਮਿਲ ਜਾਏ ਤੇ ਉਸ ਕੰਮ ਵਿੱਚ ਕਾਮਯਾਬ ਹੋ ਜਾਏਗਾ। ਪ੍ਰਸਾਦ ਦੇ ਅਰਥ ਨੇ ਬਖਸ਼ਿਸ਼। ਔਰ ਇਹ ਜਿਹੜਾ ਬਖਸ਼ਿਸ਼ ਦਾ ਖੰਡ ਹੈ ਇਹ ਕਦੋਂ ਆਉਂਦਾ? ਪ੍ਰਸਾਦ ਸਿੱਧਾ ਨਹੀਂ ਮਿਲਦਾ। ਕਈ ਵਾਰੀ ਅਸੀਂ ਪਹਿਲੀ ਕਲਾਸ ਦੇ ਵਿਦਿਆਰਥੀ ਉਹ ਨਿਯਮ ਆਪਣੇ ਉੱਤੇ ਲਾਗੂ ਕਰ ਲੈਂਦੇ ਹਾਂ ਜਿਹੜਾ ਪੰਜਵੀਂ ਵਾਲਿਆਂ 'ਤੇ ਹੁੰਦਾ। ਬੜੇ ਸੱਜਣ ਨੇ, ਕਈ ਸਾਲ ਹੋ ਗਏ ਬਾਣੀ ਪੜ੍ਹਦਿਆਂ, ਉਹ ਇਸ ਚੀਜ਼ 'ਤੇ ਅਟਕੇ ਹੋਏ ਨੇ। ਕਈ ਲੋਕ ਕਹਿੰਦੇ ਨੇ ਵਿਚਾਰ ਨਹੀਂ ਕਰਨੀ ਚਾਹੀਦੀ। ਵਿਚਾਰ ਤੋਂ ਬਿਨਾਂ ਮੈਨੂੰ ਇੰਝ ਸਮਝ ਆਇਆ 20 ਸਾਲ ਤੋਂ ਲੋਕ ਉੱਥੇ ਦੇ ਉੱਥੇ ਹੀ ਖੜੇ ਨੇ ਜਿੱਥੋਂ ਸ਼ੁਰੂ ਕੀਤਾ ਸੀ। ਸੰਗਤ ਤੋਂ ਬਿਨਾਂ, ਵਿਚਾਰ ਤੋਂ ਬਿਨਾਂ, ਵਾਰਤਾ ਤੋਂ ਬਿਨਾਂ, ਗੋਸ਼ਟੀ ਤੋਂ ਬਿਨਾਂ ਧਰਮ ਦੀ ਕੋਈ ਕਮਾਈ 'ਚ ਅੱਗੇ ਨਹੀਂ ਜਾ ਸਕਦਾ, ਕਿਉਂਕਿ ਅਸੀਂ ਉੱਥੇ ਹੀ ਫਸੇ ਰਹਿੰਦੇ ਹਾਂ, ਸਮਝ ਤੋਂ ਖਾਲੀ ਰਹਿੰਦੇ। ਬੜੇ ਲੋਕ ਕਹਿੰਦੇ ਵੀ ਅਸੀਂ ਕਰਨਾ ਹੀ ਕੁਝ ਨਹੀਂ, ਗੁਰੂ ਨੇ ਕਿਰਪਾ ਕਰਨੀ ਹੈ ਤੇ ਹੋ ਜਾਣਾ ਹੈ। ਜਦੋਂ ਲਿਖਿਆ ਹੋਇਆ ਉਹ ਹੀ ਵਰਤ ਰਿਹਾ, ਉਹ ਹੀ ਜਪਾ ਰਿਹਾ, ਉਹ ਹੀ ਕਰਾ ਰਿਹਾ, ਉਹ ਜਦੋਂ ਸੱਚ ਬੁਲਾਏਗਾ ਬੋਲ ਲਵਾਂਗੇ। ਪਰ ਉਹ ਉਹਨਾਂ ਲੋਕਾਂ ਦੀ ਹਾਲਾਤ ਸੀ ਜਿਨ੍ਹਾਂ ਨੇ ਆਪਣਾ ਜਪ ਕੇ ਮਨ ਗੁਰੂ ਦੇ ਵਿੱਚ ਲੀਨ ਕਰ ਦਿੱਤਾ। ਇਹ ਉਹਨਾਂ ਦੀ ਕਲਾਸ ਹੈ ਕਿ ਜੋ ਕੁਝ ਕਰ ਰਿਹਾ ਉਹ ਹੀ ਕਰ ਰਿਹਾ, ਜੋ ਕੁਝ ਕਰ ਰਿਹਾ ਉਹ ਹੀ ਕਰ ਰਿਹਾ। ਜਿੱਥੋਂ ਅਸੀਂ ਸ਼ੁਰੂ ਕਰਨਾ ਹੈ ਉੱਥੇ ਇਹ ਸਾਡਾ ਸਵਾਲ ਨਹੀਂ ਹੈ। ਅਸੀਂ ਯਤਨ ਕਰਨਾ ਹੈ, ਅਸੀਂ ਤੁਰਨਾ ਹੈ। ਇਸ ਕਰਕੇ ਗੁਰਪ੍ਰਸਾਦ ਕਦੋਂ ਆਉਂਦਾ ਹੈ? ਮੈਂ ਥੋੜ੍ਹਾ ਜਿਹਾ ਹਵਾਲਾ ਦੇ ਦਿਆਂ ਜਪਜੀ ਸਾਹਿਬ ਦੇ ਵਿੱਚ। ਜਪਜੀ ਸਾਹਿਬ ਦੇ ਵਿੱਚ 5 ਖੰਡ ਆਉਂਦੇ ਨੇ। ਉਹਨਾਂ 5 ਖੰਡਾਂ ਦੇ ਵਿੱਚੋਂ ਜਿਹੜਾ ਕਰਮ ਖੰਡ ਹੈ ਨਾ, ਕਰਮ ਖੰਡ ਦੇ ਅਰਥ ਨੇ ਪ੍ਰਸਾਦ, ਕਿਰਪਾ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਇਹ ਜਿਹੜਾ ਖੰਡ ਹੈ ਸਭ ਤੋਂ ਪਹਿਲਾਂ ਅਸੀਂ ਤੁਰਾਂਗੇ ਧਰਮ ਖੰਡ ਤੋਂ। ਪ੍ਰਸਾਦ ਕਦੋਂ ਮਿਲਣਾ? ਸਿੱਧਾ ਪ੍ਰਸਾਦ ਨਹੀਂ ਮਿਲਦਾ। ਪਹਿਲਾਂ ਧਰਮ ਖੰਡ ਤੋਂ ਮਨੁੱਖ ਸ਼ੁਰੂ ਕਰੇਗਾ। ਧਰਮ ਦੇ ਅਰਥ ਨੇ ਆਪਣੇ ਜੀਵਨ ਨੂੰ, ਸਰੀਰ ਨੂੰ ਬੈਲੈਂਸ ਵਿੱਚ ਲਿਆਉਣਾ। ਆਪਣਾ ਜਿਹੜਾ ਰੋਜ਼ ਦਿਨ ਚਰਿਆ ਹੈ, 24 ਘੰਟੇ ਦਾ ਰਹਿਣ ਸਹਿਣ ਹੈ, ਉਹਨੂੰ ਤਰੀਕੇ ਨਾਲ ਕਰਨਾ। ਇੱਥੋਂ ਸ਼ੁਰੂਆਤ ਹੁੰਦੀ ਹੈ, ਇੱਥੋਂ ਆਰੰਭਤਾ ਹੋਵੇਗੀ। ਇਹਨੂੰ ਕਹਿੰਦੇ ਨੇ ਇਹ ਆਦਮੀ ਪਹਿਲੀ ਕਲਾਸ ਵਿੱਚ ਦਾਖਲ ਹੋ ਗਿਆ, ਧਰਮ ਖੰਡ ਵਿੱਚ ਇਹਦੀ ਪ੍ਰਵੇਸ਼ਿਕਾ ਹੋ ਗਈ, ਐਂਟਰੀ ਹੋ ਗਈ। ਹੁਣ ਧਰਮ ਖੰਡ ਵਿੱਚ ਚਲਾ ਗਿਆ।
ਜਦੋਂ ਪੂਰੀ ਤਰ੍ਹਾਂ ਧਰਮਖੰਡ ਵਿੱਚ ਕਮਾਏਗਾ ਨਾ ਤੇ ਉਹਨੂੰ ਕਲੀਅਰ ਕਰ ਲਏਗਾ, ਉਸ ਨੂੰ ਪਾਸ ਕਰ ਲਏਗਾ, ਉਹਦੀ ਵਿਦਿਆ ਨੂੰ ਸਿੱਖ ਲਵੇਗਾ ਤੇ ਉਹਦੇ ਤੋਂ ਅਗਲੀ ਕਲਾਸ ਆਵੇਗੀ, ਉਹਨੂੰ ਕਹਿੰਦੇ ਨੇ ਗਿਆਨ ਖੰਡ। ਗਿਆਨ ਖੰਡ ਦਾ ਭਾਵ ਹੈ ਕਿ ਜਦੋਂ ਮਨੁੱਖ ਆਪਣੇ ਜੀਵਨ ਨੂੰ ਵੇਖ ਲੈਂਦਾ, ਆਪਣੇ ਸਵਾਸਾਂ ਨੂੰ ਵੇਖਦਾ ਕਿ ਉਹ ਕਿੰਨੇ ਕੁ ਕੀਮਤੀ ਨੇ, ਸਮੇਂ ਪ੍ਰਤੀ ਜਾਗ ਪੈਂਦਾ ਹੈ। ਗਿਆਨ ਖੰਡ ਦੇ ਅਰਥ ਇਕੱਲੀ ਵਿਦਿਆ ਨਹੀਂ। ਭੁਲੇਖੇ ਵਿੱਚ ਅਸੀਂ ਸੁਣਾਉਣ ਵਾਲੇ ਵੀ ਕਈ ਵਾਰੀ ਇਹ ਕਹੀ ਜਾਂਦੇ ਆ ਵੀ ਤੁਹਾਨੂੰ ਇਹ ਯਾਦ ਕਰਾ ਦਿੰਦੇ ਆ, ਨਾ ਚੇਤੇ ਕਰਾ ਦਿੰਦੇ ਆ, ਗਿਆਨ ਖੰਡ ਤੁਹਾਨੂੰ ਪ੍ਰਾਪਤ ਹੋ ਜਾਏਗਾ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਪ੍ਰਚੰਡ ਦਾ ਅਰਥ ਹੁੰਦਾ ਜਿਵੇਂ ਰਾਤ ਦਾ ਹਨੇਰਾ, ਬਹੁਤ ਘੁੱਪ ਹਨੇਰਾ ਹੈ, ਉੱਥੇ ਕੁਝ ਨਜ਼ਰ ਨਹੀਂ ਆਉਂਦਾ, ਉਹਨੂੰ ਉਸ ਥਾਂ ਤੇ ਤੁਸੀਂ ਦੀਵਾ ਜਗਾ ਦਿਓ, ਲਟਾ ਲਟ ਦੀਵਾ ਬਲਿਆ ਤੇ ਉਸ ਚਾਨਣ ਵਿੱਚ ਸਭ ਕੁਝ ਦਿਸਣ ਲੱਗ ਪਿਆ। ਜੇ ਉੱਥੇ ਚਾਨਣ ਨਹੀਂ ਬਾਲਦੇ, ਜੇ ਉੱਥੇ ਅਸੀਂ ਲੋ ਨਹੀਂ ਕਰਦੇ, ਤਾਂ ਉੱਥੇ ਭਾਵੇਂ ਲੱਖਾਂ ਸਮਝਾਈ ਜਾਈਏ ਵੀ ਇਸ ਥਾਂ ਤੇ ਇਹ ਪਿਆ ਹੈ, ਇੱਧਰ ਕਮਰਾ ਹੈ, ਇੱਧਰ ਮਕਾਨ ਹੈ, ਇੱਧਰ ਇਹ ਗੱਡੀ ਖੜੀ ਹੈ, ਜਿੰਨਾ ਚਿਰ ਚਾਨਣ ਨਹੀਂ ਕਰਦੇ ਸਮਝਾਉਣ ਦੇ ਬਾਵਜੂਦ ਸਮਝ ਨਹੀਂ ਆਵੇਗੀ। ਕਬੀਰ ਸਾਹਿਬ ਇਹਨੂੰ ਆਪਣੇ ਇੱਕ ਸ਼ਬਦ ਵਿੱਚ ਕਹਿੰਦੇ ਨੇ, ਸਵਾਲ ਕਰਦੇ ਨੇ, ਕਹਿਣ ਲੱਗੇ ਦੀਵਾ ਤੇ ਜਗਾਇਆ ਨਹੀਂ, ਦੀਵੇ ਤੋਂ ਬਿਨਾਂ ਹਨੇਰੇ ਵਿੱਚ ਭਾਵੇਂ ਤੁਸੀਂ ਕਿੰਨਾ ਪੜੋ, ਕਿੰਨਾ ਸਮਝ ਲਵੋ, ਕੀ ਸਮਝ ਆਵੇਗੀ? ਚੀਜ਼ਾਂ ਤੇ ਤਾਂ ਦਿਸਣਗੀਆਂ ਜੇ ਦੀਵੇ ਨੇ ਜਗਣਾ ਹੈ। ਕਬੀਰ ਸਾਹਿਬ ਨੇ ਬਚਨ ਕੀਤੇ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਇੱਥੇ ਸਾਨੂੰ ਸਮਝਾ ਰਹੇ ਨੇ ਕਿ ਕੇਵਲ ਪੜ੍ਹਨ ਨਾਲ, ਸੁਣਨ ਨਾਲ, ਸਮਝਣ ਨਾਲ ਕਦੀ ਵੀ ਉਹ ਚੀਜ਼ ਦੀ ਸਮਝ ਨਹੀਂ ਆ ਸਕਦੀ ਜੋ ਗੁਰਬਾਣੀ ਵਿੱਚ ਕਹੀ ਗਈ ਹੈ। ਉਦਾਹਰਣ ਇਹ ਦਿੱਤੀ, ਜੇ ਕੋਈ ਵਿਅਕਤੀ ਦੁਕਾਨ ਤੋਂ ਦੀਵਾ ਵੀ ਖਰੀਦ ਲੈ ਕੇ ਆ ਜਾਏ, ਸਰੋਂ ਦਾ ਤੇਲ ਵੀ ਖਰੀਦ ਕੇ ਲੈ ਆਵੇ, ਵੱਟੀ ਵੀ ਲੈ ਆਵੇ, ਵੱਟੀ ਕੋਲ ਪਈ ਹੈ, ਦੀਵਾ ਕੋਲ ਪਿਆ ਹੈ, ਅੱਗ ਇੱਕ ਪਾਸੇ ਬਲਦੀ ਪਈ, ਤੇਲ ਵੀ ਪਿਆ ਹੈ, ਇਹਨਾਂ ਚਾਰ ਚੀਜ਼ਾਂ ਦੇ ਸੰਗਮ ਨਾਲ, ਸੰਜੋਗ ਨਾਲ ਅੱਗ ਨੇ ਬਲਣਾ ਤੇ ਹਨੇਰਾ ਦੂਰ ਹੋਣਾ ਹੈ। ਪਰ ਜਿਹੜਾ ਬਾਜ਼ਾਰ ਵਿੱਚੋਂ ਲੈ ਕੇ ਆਇਆ, ਉਹਨੇ ਦੀਵਾ ਵੀ ਵੇਖ ਲਿਆ ਵੀ ਲੈ ਆਂਦਾ, ਰੂਹ ਬਾਰੇ ਵੀ ਜਾਣ ਲਿਆ, ਪੜ੍ਹ ਲਿਆ, ਸਭ ਕੁਝ ਕਰ ਲਿਆ, ਪਰ ਉਹ ਇੱਕ ਸੀਖ ਰਗੜ ਕੇ ਅੱਗ ਨਹੀਂ ਜਿੰਨਾ ਚਿਰ ਬਾਲਦਾ, ਉਹਨਾਂ ਚਿਰ ਚਾਨਣ ਨਹੀਂ ਹੁੰਦਾ, ਤੇ ਜਿੰਨਾ ਚਿਰ ਚਾਨਣ ਨਹੀਂ ਹੁੰਦਾ ਉਹਨਾਂ ਚਿਰ ਸਮਝ ਨਹੀਂ ਆਉਂਦੀ। ਉਦਾਹਰਨ ਦਿੱਤੀ ਕਿ ਹਰ ਕਾ ਨਾਮ ਨਾ ਜਪ ਸੁਗਵਾਰਾ, ਕਿਆ ਸੋਚੈ ਬਾਰੰਬਾਰਾ। ਫਿਰ ਕਹਿੰਦੇ ਅੰਧਿਆਰੇ ਦੀਪਕ ਚਹੀਐ, ਇੱਕ ਵਸਤ ਅਗੋਚਰ ਲਹੀਐ। ਇੱਕ ਕਮਰੇ ਵਿੱਚ ਅਸੀਂ ਇੱਕ ਆਦਮੀ ਨੂੰ ਭੇਜ ਦਿੰਦੇ ਹਾਂ ਵੀ ਅੰਦਰ ਐਂਟਰੀ ਕਰ ਜਾ, ਹਨੇਰਾ ਘੁੱਪ ਹੈ, ਇੱਧਰ ਰਸੋਈ ਹੈ, ਉੱਥੇ ਪ੍ਰਸ਼ਾਦਾ ਪਿਆ, ਤੂੰ ਲੈ ਕੇ ਖਾ ਲਈ, ਇੱਧਰ ਤੇਰਾ ਮੰਜਾ, ਉੱਥੇ ਆਰਾਮ ਕਰ ਲਈ। ਉਹ ਅੰਦਰ ਗਿਆ, ਜਿੱਥੇ ਆਰਾਮ ਕਰਨ ਵਾਲਾ ਮੰਜਾ ਸੀ ਉੱਥੋਂ ਪ੍ਰਸ਼ਾਦਾ ਲੱਭਦਾ ਫਿਰਦਾ, ਜਿੱਥੇ ਪ੍ਰਸ਼ਾਦਾ ਸੀ ਉੱਥੇ ਆਰਾਮ ਕਰਨ ਦੀ ਸੋਚਦਾ ਹੈ, ਕਿਉਂਕਿ ਹਨੇਰੇ ਵਿੱਚ ਦਿਸਦਾ ਕੁਝ ਨਹੀਂ। ਬਾਹਰਲਿਆਂ ਨੇ ਸਮਝਾਇਆ ਵੀ ਬੜਾ, ਪਰ ਉਹ ਸਮਝ ਕੰਮ ਨਹੀਂ ਦਿੰਦੀ। ਫਿਰ ਉਹ ਵਾਪਸ ਚਲਾ ਗਿਆ, ਪਰ ਇੱਕ ਸਿਆਣੇ ਮਨੁੱਖ ਨੇ ਕਿਹਾ, ਭਾਈ ਇਹਨੂੰ ਸਮਝਾਓ ਨਾ ਵੀ ਅੰਦਰ ਕੀ ਏ, ਇਹਨੂੰ ਇਹ ਦੱਸੋ ਵੀ ਸਵਿਚ ਕਿਹੜੀ ਦੀਵਾਰ ਨਾਲ ਲੱਗਾ ਹੋਇਆ, ਜਿੱਥੋਂ ਲਾਈਟ ਆਨ ਹੋਣੀ, ਜਗਣੀ ਏ, ਇਹਨੂੰ ਉਹ ਥਾਂ ਦੱਸੋ, ਚੀਜ਼ਾਂ ਆਪੇ ਲੱਭ ਜਾਣਗੀਆਂ। ਉਹਨੂੰ ਫਿਰ ਦੱਸਿਆ ਵੀ ਇਸ ਕੰਧ ਨਾਲ ਥੋੜਾ ਜਿਹਾ ਹੱਥ ਮਾਰ, ਉੱਥੇ ਤੈਨੂੰ ਇੱਕ ਬੋਰਡ ਮਿਲੇਗਾ, ਉੱਥੇ ਸਵਿਚ ਹੋਣਗੇ, ਕਿਤੇ ਹੱਥ ਮਾਰੀ। ਉਹਨੇ ਹੱਥ ਪੈਰ ਮਾਰੇ, ਥੋੜਾ ਜਿਹਾ ਤੇ ਲੱਭਣਾ ਹੀ ਪੈਂਦਾ ਨਾ ਹਨੇਰੇ ਵਿੱਚ, ਸਿੱਧਾ ਨਹੀਂ ਮਿਲਦਾ। ਇੱਕ ਸੰਸਾਰਿਕ ਲਾਈਟ ਜਗਾਉਣੀ ਪਵੇ, ਉੱਥੇ ਵੀ ਇੱਕ ਵਾਰੀ ਇੱਧਰ ਉੱਧਰ ਹੱਥ ਮਾਰਨੇ ਪੈਂਦੇ, ਭਟਕਣਾ ਪੈਂਦਾ। ਰੱਬ ਦੇ ਘਰ ਦੀ ਲਾਈਟ, ਉੱਥੇ ਤਾਂ ਫਿਰ ਹੋਰ ਵੀ ਭਟਕਣਾ ਪੈ ਸਕਦਾ ਹੈ, ਖਿਆਲ ਰੱਖ, ਸਮਾਂ ਹੋਰ ਵੱਧ ਸਕਦਾ। ਤਾਂ ਜਦੋਂ ਲਾਈਟ ਜਗੀ, ਅੰਧਿਆਰੇ ਦੀਪਕ ਚਹੀਐ, ਉਹਦੇ ਵਿੱਚ ਸਾਰੀਆਂ ਚੀਜ਼ਾਂ ਪ੍ਰਤੱਖ ਹੋ ਗਈਆਂ, ਕਮਰੇ ਵਿੱਚ ਪਈਆਂ ਹੋਈਆਂ ਪ੍ਰਗਟ ਹੋ ਗਈਆਂ। ਉਸ ਨੂੰ ਕਹਿੰਦੇ ਨੇ ਗਿਆਨ। ਜਦੋਂ ਸਾਡੇ ਅੰਦਰ ਨਾਮ ਦਾ ਦੀਵਾ ਜਗ ਪਏਗਾ, ਉਹਦੇ ਨਾਲ ਪ੍ਰੇਮ ਦਾ ਦੀਵਾ ਜਗ ਪਏਗਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨਾਲ ਕਦੀ ਸਮਝ ਨਹੀਂ ਆਈਆਂ। ਹਾਂ, ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਾਂ
ਵਿਦਿਆ ਲੈਣੀ ਅਤ ਜ਼ਰੂਰੀ ਹੈ। ਅੱਖਰਾਂ ਦਾ ਗਿਆਨ ਬਹੁਤ ਜ਼ਰੂਰੀ, ਕਿਉਂਕਿ ਇੱਥੋਂ ਸਿੱਖੀ ਸ਼ੁਰੂ ਹੋਈ ਸੀ। ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਆਰੰਭਤਾ ਕੀਤੀ। ਇਹ ਸਿਰਫ ਵਿਸ਼ੇ ਤਾਂ ਵਿੱਚ ਆਉਂਦੇ ਕਿ ਕਿਤੇ ਆਦਮੀ ਇਸ ਮੰਜ਼ਲ ਤੋਂ ਪਿੱਛੇ ਹੀ ਨਾ ਬੈਠ ਜਾਏ, ਸਿਰੇ ਤੋਂ ਪਹਿਲਾਂ ਨਾ ਰੁਕ ਜਾਏ। ਇਸ ਕਰਕੇ ਅੱਖਰਾਂ ਦਾ ਗਿਆਨ ਇੱਕ ਪ੍ਰਕਾਰ ਦਾ ਗਿਆਨ, ਔਰ ਦੂਸਰਾ ਗਿਆਨ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਪ੍ਰਾਪਤ ਕੀਤਾ ਹੋਇਆ ਗਿਆਨ ਹੈ। ਤਾਂ ਅੱਜ ਦੇ ਸ਼ਲੋਕ ਵਿੱਚ ਕਰ ਪ੍ਰਸਾਦ ਗੁਰਦੇਵ, ਔਰ ਇਸ ਅਸ਼ਟਪਦੀ ਵਿੱਚ ਵਾਰ-ਵਾਰ ਪ੍ਰਸਾਦ ਪ੍ਰਸਾਦ ਕਿਰਪਾ ਦੀ ਗੱਲ ਕਰਨਗੇ। ਇਸ ਕਰਕੇ ਮੈਂ ਇਹ ਤਾਂ ਪਹਿਲਾਂ ਵਿਸ਼ਾ ਲੈ ਰਿਹਾ ਸੀ ਵੀ ਕਿਰਪਾ ਕਿੱਥੇ ਜਾ ਕੇ ਆਉਂਦੀ ਹੈ, ਸ਼ੁਰੂ ਵਿੱਚ ਨਹੀਂ। ਪਹਿਲਾਂ ਧਰਮਖੰਡ, ਫਿਰ ਗਿਆਨ ਖੰਡ, ਮੈਂ ਗਿਆਨ ਪ੍ਰਚੰਡ, ਇਹ ਦੋ ਖੰਡ ਆ ਗਏ। ਫਿਰ ਇਸ ਤੋਂ ਅੱਗੇ ਸ਼ਰਮ ਖੰਡ ਆਉਂਦਾ ਹੈ। ਸ਼ਰਮ ਖੰਡ ਦੇ ਅਰਥ ਨੇ ਮਿਹਨਤ ਕਰਨੀ। ਉਹਦੇ ਵਿੱਚ ਸਿੱਖ ਦੇ ਜੀਵਨ ਦੀ ਘਾੜਤ ਘੜੀ ਜਾਂਦੀ, ਉਹ ਮਿਹਨਤ ਕਰਦਾ, ਫਿਰ ਗੁਰੂ ਉਹਦੇ ਤੋਂ ਮਿਹਨਤ ਕਰਾਉਂਦਾ। ਤੀਜਾ ਖੰਡ, ਤੀਜੀ ਕਲਾਸ ਸ਼ਰਮ ਖੰਡ। ਸ਼ਰਮ ਖੰਡ ਨੂੰ ਜੇ ਪੂਰਾ ਪੜ੍ਹਨਾ ਹੋਵੇ ਤੇ ਸ਼ਰਮ ਬਣਦਾ ਮਿਹਨਤ ਕਰਨੀ। ਉਹਦੇ ਵਿੱਚ ਗੁਰਸਿੱਖ ਦੇ ਮਨ ਦੇ ਵਿਗੜੇ ਹੋਏ ਰੂਪ ਨੂੰ ਗੁਰੂ ਕਾ ਸ਼ਬਦ ਕੱਟ ਕੱਟ ਕੇ ਸਿੱਟੀ ਜਾਂਦਾ ਹੈ, ਉਹਦੇ ਵਿਕਾਰਾਂ ਨੂੰ ਤੋੜੀ ਜਾਂਦਾ, ਲਾਈ ਜਾਂਦਾ। ਜਿਵੇਂ ਇੱਕ ਪੱਥਰ ਵਿੱਚੋਂ ਮੂਰਤੀਕਾਰ ਮੂਰਤੀ ਕੱਢਦਾ ਹੈ, ਇਸ ਤਰ੍ਹਾਂ ਸ਼ਰਮਖੰਡ ਮਿਹਨਤ ਦੀ ਦੁਨੀਆ ਵਿੱਚ ਜਦੋਂ ਗੁਰਸਿੱਖ ਬਾਣੀ ਪੜ੍ਹਦਾ, ਅੰਮ੍ਰਿਤ ਵੇਲੇ ਜਾਗਦਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਅੰਮ੍ਰਿਤ ਦੀ ਦਾਤ ਲੈਂਦਾ ਹੈ, ਔਰ ਜਿਹੜੇ ਨਿਯਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਿੱਤੇ ਗਏ ਨੇ ਔਰ ਪੰਜ ਪਿਆਰਿਆਂ ਵੱਲੋਂ ਸਮਝਾਏ ਗਏ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਂਦਾ ਤੇ ਉਹਦੇ ਜੀਵਨ ਦੀ ਇੱਕ ਮੂਰਤੀ ਘੜੀ ਜਾਂਦੀ ਹੈ। ਜਦੋਂ ਉਹਦਾ ਜੀਵਨ ਘੜਿਆ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਫਿਰ ਚੌਥਾ ਖੰਡ ਜਿਹੜਾ ਹੁੰਦਾ ਹੈ, ਉਸ ਨੂੰ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਕਰਮ ਦੇ ਅਰਥ ਨੇ ਇੱਥੇ ਬਖਸ਼ਿਸ਼। ਨਿਸ਼ਾਨੀ ਕੀ ਹੈ ਕਿ ਇਸ ਬੰਦੇ ਤੇ ਬਖਸ਼ਿਸ਼ ਹੋ ਗਈ, ਉਹਦੀ ਕੀ ਨਿਸ਼ਾਨੀ ਹੈ? ਸਾਧ ਸੰਗਤ ਉਹਦੇ ਬਾਰੇ ਕਹਿ ਰਹੇ ਨੇ ਕਰਮ ਖੰਡ ਕੀ ਬਾਣੀ ਜ਼ੋਰ। ਉਹਦੀ ਬਾਣੀ ਵਿੱਚ ਜ਼ੋਰ ਆ ਜਾਂਦਾ, ਕੱਲੀ ਬਾਣੀ ਵਿੱਚ ਨਹੀਂ। ਸਾਧ ਸੰਗਤ ਉਹਦੇ ਹੱਥਾਂ ਵਿੱਚ ਵੀ ਕ੍ਰਾਂਤੀ ਆ ਜਾਂਦੀ ਹੈ। ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਹੈ, ਜਿੱਥੋਂ ਨਿਕਲਦਾ ਉਸ ਜ਼ਮੀਨ ਵਿੱਚ ਕ੍ਰਾਂਤੀ ਆ ਜਾਂਦੀ ਹੈ। ਜਿਹੜਾ ਵੀ ਉਹ ਜਿਸ ਪਾਸੇ ਵੀ, ਯਾਨੀ ਕਿ ਉਹਦੇ ਸਰੀਰ ਦੀਆਂ ਸਾਰੀਆਂ ਤਾਕਤਾਂ ਵਿੱਚ ਅਸੀਮ ਵਾਧਾ ਹੋ ਜਾਂਦਾ ਹੈ। ਉਹਨੂੰ ਕਹਿੰਦੇ ਕਰਮ ਖੰਡ ਵਿੱਚ ਚਲਾ ਗਿਆ। ਤੇ ਜਦੋਂ ਕਰਮ ਖੰਡ ਵਿੱਚ ਚਲਾ ਗਿਆ, ਉਹਦੇ ਤੋਂ ਅੱਗੇ ਸੱਚਖੰਡ ਦੀ ਫਿਰ ਕੋਈ ਵਿਆਖਿਆ ਨਹੀਂ। ਸੱਚਖੰਡ ਦੀ ਕੋਈ ਵਿਆਖਿਆ ਨਹੀਂ, ਚਾਰ ਖੰਡਾਂ ਦੀ ਵਿਆਖਿਆ ਹੈ। ਉਹ ਸਿਰਫ ਉਹ ਹੀ ਜਾਣਦਾ ਜਿਹੜੇ ਉੱਥੇ ਚਲੇ ਗਏ। ਤਾਂ ਇਹ ਜਿਹੜੇ ਸ਼ਲੋਕ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪੰਜ ਵਿਕਾਰਾਂ ਦੀ ਗੱਲ ਕਰਦੇ ਨੇ, ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਬਿਨਸ ਦਾ ਅਰਥ ਹੈ ਖਤਮ ਹੋ ਜਾਣਾ, ਸਮਾਪਤ ਹੋ ਜਾਣਾ। ਇਹ ਉਸ ਗੁਰਮੁਖ ਦੇ ਜੀਵਨ ਵਿੱਚੋਂ ਖਤਮ ਹੋ ਜਾਂਦੇ ਨੇ। ਨਾਨਕ ਪ੍ਰਭ ਸ਼ਰਨਾਗਤੀ, ਜਿਹੜੇ ਗੁਰਮੁਖ ਜਨ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ, ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਕੇ ਗੁਰੂ ਅੱਗੇ ਅਰਦਾਸ ਕਰਦੇ ਨੇ ਕਿ ਕਰ ਪ੍ਰਸਾਦ ਗੁਰਦੇਵ। ਅੱਗੇ ਅਸ਼ਟਪਦੀ ਵਿੱਚ ਸਾਹਿਬ ਕਹਿੰਦੇ ਜਿਹ ਪ੍ਰਸਾਦ ਛਤਿ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਸਭ ਤੋਂ ਸੌਖਾ ਤਰੀਕਾ ਭਗਤੀ ਕਰਨ ਦਾ ਹੈ। ਇਹਨੂੰ ਕਹਿੰਦੇ ਨੇ ਦਾਤ ਭਗਤੀ। ਦਾਤ ਪ੍ਰਾਪਤ ਕੀਤੀ, ਉਹਨੂੰ ਵੇਖ ਵੇਖ ਕੇ ਦਾਤੇ ਨੂੰ ਯਾਦ ਕਰੀ ਜਾਣਾ। ਨਿਸ਼ਾਨੀ ਨੂੰ ਵੇਖਣਾ, ਜੋ ਕੁਝ ਸਾਨੂੰ ਮਿਲਿਆ ਹੈ। ਜਿਵੇਂ ਕਿ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਉਹਦੇ ਆਰੰਭ ਵਿੱਚ ਪੌੜੀਆਂ ਦੇ ਵਿੱਚੋਂ ਇੱਕ ਸਾਰੀ ਪੌੜੀ ਆਉਂਦੀ ਜਿਹਦੇ ਵਿੱਚ ਕਰੀਬ 8 ਪ੍ਰਕਾਰ ਦੀ ਭਗਤੀ ਦੱਸੀ ਗਈ। ਵੀ ਸਿੱਖ ਨੇ ਕਿਹੜੇ ਤਰੀਕੇ ਨੂੰ ਵਰਤਣਾ ਹੈ ਉਹ ਵੇਖ ਲਵੇ। ਕਿਉਂਕਿ ਪੂਰਾ ਗੁਰੂ ਜਿਹੜਾ ਨਾ ਹਰ ਇੱਕ ਬੰਦੇ ਨੂੰ ਨਵਾਂ ਲੱਗਦਾ। ਇਹ ਨਹੀਂ ਕਿ ਇੱਕੋ ਹੀ ਸਾਰਿਆਂ ਨੂੰ ਕਹਿ ਦਿੱਤਾ ਵੀ ਤੂੰ ਇਸ ਤਰ੍ਹਾਂ ਭਗਤੀ ਕਰ। ਹਜ਼ੂਰ ਨੇ ਕਿਹਾ ਜਿਤ ਦੁਆਰੈ ਉਭਰੈ ਦਿੱਤਾ ਲਿਓ ਉਬਾਰ। ਉਹਦੇ ਵਿੱਚ 7-8 ਤਰੀਕੇ ਦੱਸੇ ਨੇ। ਸਭ ਤੋਂ ਪਹਿਲਾ ਤਰੀਕਾ ਕਹਿੰਦੇ ਰੱਬ ਨੇ ਤੈਨੂੰ ਸ਼ਕਤੀ ਦੇ ਦਿੱਤੀ ਹੈ, ਭਾਵੇਂ ਮਾਇਆ ਦੀ ਭਾਵੇਂ ਕਿਸੇ ਪ੍ਰਕਾਰ ਦੀ, ਉਹਦਾ ਧੰਨਵਾਦ ਕਰੇ ਵੀ ਭਗਤੀ ਬਣ ਜਾਏਗੀ। ਗਾਵੇ ਕੋ ਤਾਣ ਹੋਵੇ ਕਿਸੇ ਤਾਣ।
ਤਾਣ ਦਾ ਅਰਥ ਸ਼ਕਤੀ, ਸ਼ਕਤੀ ਪ੍ਰਾਪਤ ਕਰਕੇ ਉਹਦਾ ਧੰਨਵਾਦ ਕਰਨਾ, ਇਹਨੂੰ ਕਹਿੰਦੇ ਨੇ ਤਾਣ ਭਗਤੀ। ਤੇ ਦੂਸਰੀ ਭਗਤੀ ਕਹਿਣ ਲੱਗੇ ਗਾਵੇ ਕੋ, ਕੁਝ ਉਸ ਨੂੰ ਗਾਉਂਦੇ ਨੇ। ਕਿਵੇਂ ਗਾਉਂਦੇ ਨੇ? ਦਾਤ ਜਾਣੈ ਨਿਸ਼ਾਨ। ਜਿਹੜੀਆਂ ਦਾਤਾਂ ਰੱਬ ਨੇ ਦਿੱਤੀਆਂ ਨਾ, ਉਹਨਾਂ ਦਾਤਾਂ ਵੱਲ ਵੇਖ ਵੇਖ ਕੇ ਉਹਨਾਂ ਨੂੰ ਦਾਤਾ ਚੇਤੇ ਆਉਂਦਾ ਹੈ। ਕਿਉਂਕਿ ਇਹ ਦਾਤਾ ਇਸ ਤਰ੍ਹਾਂ ਦਾ ਹੈ ਜਿਹੜਾ ਦੇਈ ਤੇ ਜਾਂਦਾ ਹੈ, ਲੈਣ ਵਾਲੇ ਲੈ ਲੈ ਕੇ ਥੱਕ ਟੁੱਟ ਜਾਂਦੇ ਨੇ, ਫਿਰ ਚਲੇ ਜਾਂਦੇ ਨੇ, ਫਿਰ ਆ ਕੇ ਲਈ ਜਾਂਦੇ ਨੇ, ਖਾਈ ਜਾਂਦੇ ਨੇ, ਪਰ ਕਦੀ ਉਹ ਦਾਅਵਾ ਕਰਕੇ ਇਹ ਨਹੀਂ ਕਹਿੰਦਾ ਵੀ ਮੈਂ ਤੈਨੂੰ ਦਿੱਤਾ ਹੈ। ਉਹਦੇ ਹੱਥ ਨਹੀਂ ਦਿਸਦੇ। ਗੁਰੂ ਉਹਦੇ ਹੱਥ ਦਿਖਾਉਂਦਾ ਵੀ ਤੂੰ ਇਸ ਗੱਲ ਦਾ ਜਵਾਬ ਦੇ, ਤੈਨੂੰ ਦਿੱਤਾ ਕਿਹਨੇ। ਇਸ ਕਰਕੇ ਦਾਤ ਜਾਣੈ, ਇਹ ਭਗਤੀ, ਦਾਤ ਭਗਤੀ ਇਸ ਸਾਰੀ ਦੀ ਸਾਰੀ 6ਵੀਂ ਅਸ਼ਟਪਦੀ ਵਿੱਚ ਮੁਕੰਮਲ ਤੌਰ ਤੇ ਗੁਰੂ ਅਰਜਨ ਦੇਵ ਜੀ ਨੇ ਕਹੀ ਹੈ। ਜੇ ਮਨੁੱਖ ਯਤਨ ਕਰੇ, ਜਿਨ੍ਹਾਂ ਨੇ ਭਗਤੀ ਕਰਨੀ ਹੈ ਉਹ ਤੇ ਸਵੇਰ ਤੋਂ ਸ਼ੁਰੂ ਕਰ ਲੈਂਦੇ, ਸਵੇਰ ਤੋਂ ਆਰੰਭ ਕਰ ਲੈਂਦੇ ਨੇ। ਮੈਂ ਥੋੜ੍ਹੀਆਂ ਜਿਹੀਆਂ ਉਦਾਹਰਨਾਂ ਦੇ ਲਵਾਂ। ਅਸੀਂ ਰਾਤ ਸੌਂਦੇ ਹਾਂ, ਸਵੇਰੇ ਜਾਗ ਆਉਂਦੀ ਹੈ। ਜਿਹੜਾ ਜਾਗਿਆ ਹੋਇਆ ਮਨੁੱਖ ਹੈ ਸਭ ਤੋਂ ਪਹਿਲਾਂ ਪਰਮਾਤਮਾ ਦਾ ਇਹ ਧੰਨਵਾਦ ਕਰਦਾ ਹੈ ਵੀ ਤੂੰ ਮੈਨੂੰ ਜਗਾ ਦਿੱਤਾ ਹੈ। ਜੇ ਅਸੀਂ ਸੁੱਤੇ ਪਏ ਹਾਂ ਫਿਰ ਅਸੀਂ ਇਸ ਚੀਜ਼ ਤੇ ਹੱਸ ਪਾਵਾਂਗੇ ਵੀ ਜਾਗਣਾ ਵੀ ਕੋਈ ਗੱਲ ਹੈ। ਸਾਧ ਸੰਗਤ ਦੀ ਜਾਗਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਜਦੋਂ ਅਸੀਂ ਸੌਂ ਜਾਂਦੇ ਹਾਂ ਨਾ, ਉਦੋਂ ਅਸੀਂ ਉਸ ਹਾਲਤ ਵਿੱਚ ਚਲੇ ਜਾਂਦੇ ਹਾਂ ਜਿਹਦੇ ਵਿੱਚ ਇੱਕ ਕੌਮੇ ਦਾ ਮਰੀਜ਼ ਹੁੰਦਾ ਹੈ, ਜਿਹਨੂੰ ਕੋਈ ਪਤਾ ਨਹੀਂ ਬਾਹਰ ਕੀ ਹੋ ਰਿਹਾ, ਸਰੀਰ ਦੀ ਕਿਰਿਆ ਚੱਲੀ ਜਾਂਦੀ ਹੈ। ਤੁਸੀਂ ਵੇਖਿਆ ਹੋਵੇਗਾ ਕਈ ਲੋਕ ਕਈ ਸਾਲ ਕੌਮੇ ਵਿੱਚ ਰਹੇ ਨੇ। ਆਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਦਾ ਇੱਕ ਬਹੁਤ ਵੱਡਾ ਜਰਨੈਲ 7 ਸਾਲ ਕੌਮੇ ਵਿੱਚ ਰਹਿ ਕੇ ਇਸ ਧਰਤੀ ਤੋਂ ਗਿਆ ਹੈ। ਭਾਵ 7 ਸਾਲ ਉਹਨੂੰ ਕੋਈ ਪਤਾ ਨਹੀਂ ਲੱਗਾ ਮੈਂ ਕਿੱਥੇ ਪਿਆ। ਤਾਂ ਜਦੋਂ ਇਸ ਸਾਧ ਸੰਗਤ, ਜਦੋਂ ਸਾਨੂੰ ਨੀਂਦ ਆਉਂਦੀ ਹੈ ਤੇ ਨੀਂਦ ਦੇ ਵਿੱਚੋਂ ਜਾਗ ਵਿੱਚ ਆਉਣਾ, ਸੁੱਤੇ ਹੋਏ ਮਨੁੱਖ ਨੂੰ ਜਾਗਰਤ ਕਿਰਿਆ ਵਿੱਚ ਲੈ ਆਉਣਾ, ਇਹ ਅਕਾਲ ਪੁਰਖ ਦੀ ਬੜੀ ਵੱਡੀ ਦਾਤ ਹੈ। ਜੇ ਉਹ ਜਗਾਉਂਦਾ ਨਾ, ਕੀ ਪਤਾ ਆਪਾਂ ਸੁੱਤੇ ਰਹਿੰਦੇ, ਪਰਤ ਕੇ ਜਾਗ ਨਾ ਆਉਂਦੀ, ਕਿਵੇਂ ਦੀ ਹਾਲਾਤ ਬਣ ਜਾਂਦੇ। ਤਾਂ ਨੀਂਦ ਵਿੱਚੋਂ ਜਾਗ ਆਉਣੀ ਤੇ ਜਾਗ ਦੇ ਵਿੱਚੋਂ ਨੀਂਦ ਵਿੱਚ ਜਾਣਾ, ਇਹ ਦੋ ਬੜੀਆਂ ਵੱਡੀਆਂ ਦਾਤਾਂ ਨੇ ਜਿਨ੍ਹਾਂ ਨੇ ਧੰਨਵਾਦ ਕਰਨਾ ਹੈ। ਜੇ ਤੇ ਮਨ ਹੈ ਸਾਧ ਸੰਗਤ ਧੰਨਵਾਦੀ ਸੁਭਾਅ ਵਾਲਾ, ਸਬਰ ਸ਼ੁਕਰ ਵਾਲਾ, ਫਿਰ ਤੇ ਇੱਕ ਛੋਟੀ ਤੋਂ ਛੋਟੀ ਤੀਲੇ ਦਾ ਵੀ ਧੰਨਵਾਦ ਕਰ ਦੇਗਾ। ਤੇ ਜੇ ਬੇਸਬਰਾ ਹੈ, ਅਕਿਰਤ ਘਣ ਹੈ, ਦਿੱਤੇ ਨੂੰ ਨਹੀਂ ਜਾਣਨ ਵਾਲਾ, ਫਿਰ ਭਾਵੇਂ ਉਹਦੇ ਗਲ ਵਿੱਚ ਸੋਨੇ ਦਾ ਹਾਰ ਪਾ ਦਿਓ, ਉਹਨੇ ਕਹਿਣਾ ਜੀ ਆਪੇ ਹੀ ਆ ਗਿਆ, ਮੈਂ ਰੱਬ ਕਿੱਥੇ ਹੁੰਦਾ, ਹੈ ਹੀ ਕੋਈ ਨਹੀਂ ਹੈ। ਤਾਂ ਜਿਨ੍ਹਾਂ ਦਾ ਸੁਭਾਅ ਹੈ ਪਿਆਰ ਵਾਲਾ, ਸ਼ੁਕਰਾਨੇ ਵਾਲਾ, ਔਰ ਇਹ ਕੋਈ ਵੱਡੀ, ਇਹਦੇ ਜਿੰਨੀ ਵੱਡੀ ਦਾਤ ਕੋਈ ਨਹੀਂ। ਜਿਹੜੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਉਹ ਕਹਿੰਦੇ ਨੇ ਸਾਨੂੰ ਇੱਕ ਵਾਰੀ ਨੀਂਦ ਲਿਆ ਦਿਓ, ਪਰ ਕਿੰਨੀ ਵੱਡੀ ਉਹਦੀ ਦਾਤ ਹੈ, ਸਾਨੂੰ ਜਾਗਦਿਆਂ ਨੂੰ ਨੀਂਦ ਵਿੱਚ ਲੈ ਜਾਂਦਾ। ਔਰ ਫਿਰ ਕਿੰਨੀਆਂ ਦਾਤਾਂ ਨੇ ਸਰੀਰਕ ਤੌਰ ਤੇ ਹੀ। ਅਸੀਂ ਕਈ ਵਾਰੀ ਕਹਿੰਦੇ ਹਾਂ ਅਸੀਂ ਅੱਖ ਖੋਲ੍ਹਦੇ ਹਾਂ ਤੇ ਤਾਂ ਹੀ ਦਿਸਦਾ ਹੈ ਨਾ, ਖਿਆਲ ਰੱਖਣ। ਅਸੀਂ ਯਤਨ ਕਰਨੇ ਹਾਂ, ਅੱਖ ਖੋਲ੍ਹ ਕੇ ਵੇਖੀਦਾ ਹੈ, ਅਸੀਂ ਵੇਖ ਰਹੇ ਹਾਂ। ਅਸੀਂ ਕੰਨ ਕਰਨੇ ਹਾਂ ਤਾਂ ਹੀ ਸੁਣੀਦਾ ਨਾ। ਅਸੀਂ ਕਈ ਵਾਰੀ ਕਹਿੰਦੇ ਹਾਂ ਅਸੀਂ ਮੂੰਹ ਹਿਲਾਉਂਦੇ ਹਾਂ ਤਾਂ ਹੀ ਬੋਲੀਦਾ ਨਾ। ਸਾਧ ਸੰਗਤ ਜੀ, ਜੇ ਸਾਨੂੰ ਕੋਈ ਪੁੱਛੇ ਵੀ ਜਦੋਂ ਤੁਸੀਂ ਸੌਂ ਜਾਂਦੇ ਹੋ ਸਵਾਸ ਕੌਣ ਲੈਂਦਾ, ਹੁਣ ਅਸੀਂ ਜਾਗ ਰਹੇ ਹਾਂ ਨਾ, ਅਸੀਂ ਕਹਿੰਦੇ ਹਾਂ ਅਸੀਂ ਸਵਾਸ ਲੈ ਰਹੇ ਹਾਂ, ਗਲਤੀ ਸਾਡੀ ਬਹੁਤ ਵੱਡੀ। ਸਵਾਸ ਅਸੀਂ ਨਹੀਂ ਲੈ ਰਹੇ। ਜੇ ਅਸੀਂ ਸਵਾਸ ਲੈ ਰਹੇ ਹਾਂ ਤੇ ਨੀਂਦ ਆਉਂਦਿਆਂ ਸਾਰ ਸਵਾਸ ਬੰਦ ਹੋ ਜਾਏਗਾ। ਜਦੋਂ ਨੀਂਦ ਆਵੇਗੀ, ਨੀਂਦ ਆਉਂਦਿਆਂ ਸਾਰ ਸਵਾਸ ਬੰਦ ਹੋ ਜਾਏਗਾ, ਅਸੀਂ ਤੇ ਸੌਂ ਗਏ। ਕੌਣ ਹੈ ਜੋ ਸਵਾਸ ਦਵਾਈ ਜਾਂਦਾ ਹੈ? ਤਾਂ ਜੇ ਤਾਂ ਕਬੀਰ ਸਾਹਿਬ ਕਹਿੰਦੇ ਨੇ ਹਾਥੀ ਵਾਲੀ ਮੋਟੀ ਬੁੱਧੀ ਏ, ਫਿਰ ਤੇ ਸਾਧ ਸੰਗਤ ਸਾਹਮਣੇ ਚਾਰੇ ਵੇਦ ਕਿਤਾਬ ਸਾਰੇ ਖੋਲ ਕੇ ਰੱਖ ਦਿਓ, ਫਿਰ ਤੇ ਕੋਈ ਸਮਝ ਨਹੀਂ ਆਉਂਦੀ। ਜੇ ਗੁਰੂ ਸਿਰ ਤੇ ਹੱਥ ਰੱਖੇ ਤੇ ਉਹਨੂੰ ਕਹਿੰਦੇ ਸੂਖਸ਼ਮ ਬੁੱਧੀ ਬਖਸ਼ਦਾ, ਤੇ ਇੰਨੀਆਂ ਬਖਸ਼ਾਂ ਨੇ ਬੰਦਾ ਸਾਰੀ ਉਮਰ ਬੈਠ ਕੇ ਗਿਣੀ ਜਾਏ ਤੇ ਫਿਰ ਵੀ ਉਹ ਗਿਣ ਨਹੀਂ ਸਕੇਗਾ। ਇੰਨੀਆਂ ਦਾਤਾਂ ਨੇ, ਇੰਨੀ ਰਹਿਮਤ, ਇੰਨਾ ਪ੍ਰਸਾਦ, ਇੰਨੀ ਕਿਰਪਾ ਹੈ ਮਨੁੱਖ ਤੇ।
ਤਾਂ ਇਹ ਸਵਾਸ ਜੋ ਚੱਲ ਰਿਹਾ, ਅੱਗੇ ਸਾਰੇ ਵਿਸ਼ੇ ਆਉਣਗੇ। ਜਿਹਦੀ ਕਿਰਪਾ ਨਾਲ ਤੂੰ ਸਵਾਸ ਲੈ ਰਿਹਾ, ਬੋਲ ਰਿਹਾ, ਅੱਖਾਂ ਵੇਖ ਰਹੀਆਂ ਨੇ, ਸਾਰੇ ਵਿਸ਼ੇ ਵਿੱਚ ਆਉਣਗੇ। ਇਹਨਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪ੍ਰਸਾਦ ਕਹਿੰਦੇ ਨੇ, ਕਿਰਪਾ ਕਹਿੰਦੇ। ਸਵੇਰੇ ਜਾਗਣਾ, ਤੁਰਨਾ ਫਿਰਨਾ, ਕੰਮ ਕਰਨਾ, ਬੋਲਣਾ, ਸਮਝਣਾ, ਇਹ ਸਾਰੀਆਂ ਰਹਿਮਤਾਂ ਆਪਾਂ ਲੜੀਵਾਰ ਸਮਝਣ ਦਾ ਯਤਨ ਕਰੀਏ, ਕਿਉਂਕਿ 4 ਪਦੇ ਬਹੁਤ ਲੰਬੇ ਨੇ। ਆਪਾਂ ਇਹਨਾਂ ਨੂੰ ਸੰਪੂਰਨ ਕਰਨਾ 4 ਪਦਿਆਂ ਨੂੰ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜੇ ਪ੍ਰਸਾਦ 36 ਹੀ ਅੰਮ੍ਰਿਤ ਖਾਹੇ। 36 ਅੰਮ੍ਰਿਤ, ਜਿਹਦੀ ਕਿਰਪਾ ਨਾਲ ਤੂੰ ਸਾਰੀ ਪ੍ਰਕਾਰ ਦੇ ਭੋਜਨ ਖਾ ਸਕਣਾ। 36 ਅੰਮ੍ਰਿਤ ਦੇ ਵਿੱਚ ਮਾਸ ਨਹੀਂ ਆਉਂਦਾ, ਖਿਆਲ ਰੱਖਣਾ। 36 ਅੰਮ੍ਰਿਤ ਦੇ ਵਿੱਚ ਜੋ ਕੁਝ ਅਸੀਂ ਆੜ ਕਬਾੜ ਖਾਣੇ ਆਏ ਨਹੀਂ ਆਉਂਦਾ। 36 ਅੰਮ੍ਰਿਤ ਵਿੱਚ ਜਿਹੜੇ ਕੁਦਰਤ ਨੇ ਸਾਨੂੰ ਦਿੱਤੇ ਨੇ। ਇੱਥੇ ਕਹਿੰਦੇ ਜਿਹਦੀ ਕਿਰਪਾ ਨਾਲ ਤੂੰ 36 ਅੰਮ੍ਰਿਤ ਖਾ ਸਕਣਾ, ਭਾਵ ਵਾਹਿਗੁਰੂ ਨੇ ਤੇਰੇ ਸਰੀਰ ਨੂੰ ਤੰਦਰੁਸਤੀ ਦਿੱਤੀ ਏ ਕਿ ਡਾਕਟਰ ਨੇ, ਹਕੀਮ ਨੇ ਤੈਨੂੰ ਕੋਈ ਚੀਜ਼ ਨਹੀਂ ਰੋਕੀ, ਤੂੰ ਸਭ ਕੁਝ ਖਾ ਸਕਣਾ ਜੋ ਕੁਝ ਬਣਾਇਆ ਰੱਬ ਨੇ। ਇਹ ਉਹਦੀ ਕਿਰਪਾ ਹੈ। ਨਹੀਂ ਤਾਂ ਕਈ ਸਰੀਰਾਂ ਵਿੱਚ ਇਹ ਹਾਲਤਾਂ ਨੇ ਕਿ ਉਹ ਜਨਮ ਸਮੇਂ ਹੀ ਉਹਨਾਂ ਨੂੰ ਕਣਕ ਦੀ ਰੋਟੀ ਖਾਣੀ ਰੋਕ ਦਿੱਤੀ ਜਾਂਦੀ ਹੈ। ਕਈ ਕੁਝ ਰੋਕ ਦਿੱਤਾ ਜਾਂਦਾ, ਉਹ ਖਾ ਨਹੀਂ ਸਕਦੇ ਸਾਰੀ ਉਮਰ। ਇਹ ਵੀ ਉਹਦੀ ਕਿਰਪਾ ਕਿ ਜਿਹਦੀ ਰਹਿਮਤ ਦੇ ਨਾਲ ਤੂੰ ਕਈ ਪ੍ਰਕਾਰ ਦੇ ਪਦਾਰਥ ਖਾ ਸਕਦਾ ਹੈ। ਕੀ ਕਰਨਾ ਚਾਹੀਦਾ ਫਿਰ? ਕਹਿੰਦੇ ਤਿਸ ਠਾਕੁਰ ਕੋ ਰਖ ਮਨ ਮਾਹੇ। ਐਸੇ ਠਾਕੁਰ, ਹਿਰਦੇ ਨੂੰ ਧੀਰਜ ਦੇਣ ਵਾਲੇ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੇ ਮਨ ਵਿੱਚ ਸਦਾ ਕਾਲ ਵਾਸਤੇ ਟਿਕਾਈ ਰੱਖਣਾ ਚਾਹੀਦਾ ਹੈ। ਹਜ਼ੂਰ ਕਹਿੰਦੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ, ਤਿਸ ਕੋ ਸਿਮਰਤ ਪਰਮ ਗਤ ਪਾਵਹਿ। ਜਿਸ ਵਾਹਿਗੁਰੂ ਨੇ ਤੇਰੇ ਸਰੀਰ ਤੇ ਸੁਗੰਧੀਆਂ ਲਾਉਣ ਵਾਸਤੇ ਇਸ ਧਰਤੀ ਤੇ ਕਈ ਪ੍ਰਕਾਰ ਦੇ ਅਤਰ, ਫੁਲੇਲ ਆਦਿਕ, ਕਸਤੂਰੀ ਆਦਿਕ ਪੈਦਾ ਕੀਤੀ ਹੈ, ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਔਰ ਉਸ ਸਿਮਰਨ ਕਰਨ ਦੇ ਨਾਲ ਪਰਮ ਗਤੀ, ਭਾਵ ਜੀਵਨ ਦੀ ਉੱਚੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਜੇ ਪ੍ਰਸਾਦ ਬਸਹਿ ਸੁਖ ਮੰਦਰ। ਮੰਦਰ ਦੇ ਅਰਥ ਨੇ ਇੱਥੇ ਘਰ। ਜਿਸ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਕਿ ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਮੰਦਰ, ਘਰ ਦੇ ਅੰਦਰ ਬੜੇ ਸੁਖ ਸਹਿਤ, ਆਨੰਦ ਸਹਿਤ ਨਿਵਾਸ ਕਰ ਰਿਹਾ। ਤਿਸੈ ਧਿਆਏ ਸਦਾ ਮਨ ਅੰਦਰ। ਉਹਨੂੰ ਆਪਣੇ ਮਨ ਦੇ ਵਿੱਚ ਧਿਆ। ਕਿਵੇਂ ਧਿਆਉਣਾ? ਯਾਦ ਕਰਨਾ, ਧਿਆਨ ਵਿੱਚ ਰੱਖਣਾ, ਖਿਆਲਾਂ ਵਿੱਚ ਰੱਖਣਾ, ਉਹਦੀ ਯਾਦ ਦੇ ਵਿੱਚ ਜੁੜੇ ਰਹਿਣਾ, ਉਹਨੂੰ ਸਦਾ ਹੀ ਮਨ ਵਿੱਚ ਧਿਆ। ਫਿਰ ਹਜ਼ੂਰ ਕਹਿੰਦੇ, ਜੇ ਪ੍ਰਸਾਦ ਗ੍ਰਹਿ ਸੁਖ ਬਸਨਾ, 8 ਪਹਿਰ ਤਿਸ ਸਿਮਰਹੁ ਰਸਨਾ। ਆਪਣੀ ਰਸਨਾ ਦੁਆਰਾ ਵੀ ਉਸ ਨੂੰ ਤੂੰ 8 ਪਹਿਰ ਹੀ ਸਿਮਰਦਾ ਰਿਹਾ ਕਰ, ਉਹਦਾ ਸਿਮਰਨ ਕਰਦਾ ਰਿਹਾ ਕਰ। ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਗ੍ਰਹਿ ਘਰ ਵਿਖੇ ਬੜੇ ਹੀ ਸੁਖ, ਬੜੇ ਹੀ ਆਨੰਦ ਦੇ ਨਾਲ ਨਿਵਾਸ ਕਰ ਰਿਹਾ ਹੈ। ਹਜ਼ੂਰ ਕਹਿੰਦੇ, ਜੇ ਪ੍ਰਸਾਦ ਰੰਗ ਰਸ ਭੋਗ। ਜਿਹਦੀ ਕਿਰਪਾ ਦੇ ਨਾਲ, ਜਿਹਦੀ ਰਹਿਮਤ ਦੇ ਨਾਲ ਕਈ ਪ੍ਰਕਾਰ ਦੇ ਰੰਗ, ਕਈ ਪ੍ਰਕਾਰ ਦੇ ਸਰੀਰਕ ਰਸ ਔਰ ਭੋਗ ਤੈਨੂੰ ਮਿਲੇ ਹਨ, ਜਿਨ੍ਹਾਂ ਨੂੰ ਤੂੰ ਵਰਤਦਾ ਹੈ। ਨਾਨਕ ਸਦਾ ਧਿਆਈਐ ਧਿਆਵਣ ਜੋਗ। ਇਹਨਾਂ ਪੰਕਤੀਆਂ ਦੇ ਵਿੱਚ ਵਾਰ-ਵਾਰ ਧਿਆਈਐ, ਸਿਮਰੋ, ਜਪੋ, ਮਨ ਵਿੱਚ ਰੱਖੋ, ਇਹ 4 ਗੱਲਾਂ ਕਹੀਆਂ ਨੇ। ਕਿਉਂਕਿ ਇਹ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਨਾਮ ਦੀਆਂ ਅਵਸਥਾਵਾਂ ਕਹੀਆਂ ਨੇ, ਜਿਹਦੇ ਵਿੱਚ ਪਹਿਲਾਂ ਜਪਣਾ, ਫਿਰ ਧਿਆਨ ਵਿੱਚ ਲਿਆਉਣਾ, ਫਿਰ ਸਿਮਰਨ ਵਿੱਚ ਰੱਖਣਾ, ਤੇ ਫਿਰ ਹਿਰਦੇ ਵਿੱਚ ਟਿਕਣਾ। ਇਹ ਕਈ ਪ੍ਰਕਾਰ ਦੀਆਂ ਅਵਸਥਾਵਾਂ ਨੇ। ਜਿਹੜੇ ਗੁਰਮੁਖ ਪਿਆਰੇ ਇਸ ਰਾਹ 'ਤੇ ਤੁਰਦੇ ਨੇ, ਉਹ ਆਪਣੇ ਆਪ ਇਹਨੂੰ ਮਹਿਸੂਸ ਕਰੀ ਜਾਂਦੇ ਨੇ। ਆਰੰਭ ਪ੍ਰੰਭਤਾ ਹੈ ਜਪਣ ਤੋਂ। ਜਦੋਂ ਗੁਰਸਿੱਖ ਜਪਦਾ, ਫਿਰ ਉਹ ਧਿਆਨ ਵਿੱਚ ਆਪੇ ਰਹਿਣ ਲੱਗ ਪੈਂਦਾ। ਜਦੋਂ ਧਿਆਨ ਵਿੱਚ ਰਹਿਣ ਲੱਗ ਪੈਂਦਾ ਤੇ ਉਦੋਂ ਫਿਰ ਉਸ ਜਪ ਨੂੰ, ਉਸ ਨਾਮ ਨੂੰ ਪਿਆਰ ਕਰਦਾ ਹੈ। ਜਦੋਂ ਪਿਆਰ ਕਰਦਾ ਤੇ ਪਿਆਰ ਦੁਆਰਾ ਉਹ ਅੰਦਰ ਉਤਰ ਜਾਂਦਾ ਮਨ ਵਿੱਚ, ਹਿਰਦੇ ਵਿੱਚ। ਫਿਰ ਸਦੀਵ ਕਾਲ ਵਾਸਤੇ ਇੱਕ ਧੁਨ ਬਣ ਕੇ, ਇੱਕ ਸੰਗੀਤ ਬਣ ਕੇ, ਇੱਕ ਰਸ ਬਣ ਕੇ
ਗੁਰੂ ਦੀ ਕਿਰਪਾ ਦੁਆਰਾ ਔਰ ਉਸ ਗੁਰਸਿੱਖ ਦੇ ਇੱਕ ਇੱਕ ਸਵਾਸ ਦੇ ਵਿੱਚ ਉਹ ਬਹਿਣਾ ਸ਼ੁਰੂ ਹੋ ਜਾਂਦਾ ਹੈ, ਟਿਕਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਜਿਹੜੀਆਂ ਅਵਸਥਾਵਾਂ ਨੇ, ਨਾਲ ਨਾਲ ਸੰਸਾਰ ਦੀਆਂ ਚੀਜ਼ਾਂ ਕਹਿ ਕੇ ਤੇ ਨਾਲ ਨਾਲ ਸਿਮਰਨ ਕਹਿ ਰਹੇ ਨੇ। ਵੇਖੋ ਸਤਿਗੁਰੂ ਨੇ ਕਿਵੇਂ ਦਾ ਤਰੀਕਾ ਵਰਤਿਆ ਕਿ ਅਸੀਂ ਸੰਸਾਰੀ ਲੋਕ ਆ, ਇਹਨਾਂ ਚੀਜ਼ਾਂ ਦੇ ਵਿੱਚ ਦਿਨ ਰਾਤ ਰਹਿੰਦੇ ਹਾਂ, ਖਾਣ ਪੀਣ ਵਿੱਚ, ਸੁਗੰਧੀਆਂ ਵਿੱਚ, ਕੱਪੜਿਆਂ ਵਿੱਚ, ਹੋਰ ਚੀਜ਼ਾਂ ਵਿੱਚ ਫਸੇ ਰਹਿੰਦੇ ਹਾਂ। ਗੱਲ ਉਹ ਕੀਤੀ ਪਰ ਇੱਕ ਅਣਗੌਲੇ ਜੈ ਬਿਨਾਂ ਪਤਾ ਲੱਗਣ ਤੋਂ। ਕਿੰਨਾ ਸਤਿਗੁਰਾਂ ਨੂੰ ਲੋਭ ਹੋਵੇਗਾ ਇਸ ਚੀਜ਼ ਦਾ। ਉਹ ਵਹਿੰਦੇ ਨੇ ਵੀ ਇਹਨਾਂ ਗੱਲ ਤੇ ਸੁਣਨੀ ਨਹੀਂ ਰੱਬ ਦੀ, ਇਹਨਾਂ ਨੂੰ ਉਹੀ ਗੱਲ ਪਹਿਲਾਂ ਸੁਣਾਓ ਜਿਹਦੇ ਵਿੱਚ ਡਿੱਗੇ ਹੋਏ ਨੇ। ਪਹਿਲਾਂ ਇਹਨਾਂ ਨੂੰ ਕੱਪੜਿਆਂ ਬਾਰੇ ਕਹੋ, ਜਿਵੇਂ ਅਗਲੀ ਪੰਕਤੀ, ਜੇ ਪ੍ਰਸਾਦ ਪਾਟ ਪਟੰਬਰ ਹੰਢਾਵੈ। ਇਹ ਫਸੇ ਹੋਏ ਨੇ ਕੱਪੜਿਆਂ ਵਿੱਚ, ਇਹ ਫਸੇ ਹੋਏ ਨੇ ਖਾਣ ਪੀਣ ਵਿੱਚ, ਇਹ ਫਸੇ ਹੋਏ ਨੇ ਸੰਸਾਰ ਦੇ ਰਸਾਂ ਵਿੱਚ। ਇਸ ਕਰਕੇ ਇਹਨਾਂ ਨੂੰ ਉੱਥੋਂ ਹੀ ਸ਼ੁਰੂ ਕੀਤਾ ਜਾਏ ਜਿੱਥੇ ਡਿੱਗੇ ਨੇ, ਉਹ ਉਦਾਹਰਨਾਂ ਦਿੱਤੀਆਂ ਜਾਣ। ਇਸ ਕਰਕੇ ਉਹ ਉਦਾਹਰਨਾਂ ਦੇ ਕੇ, ਔਰ ਇਹ ਵੀ ਖਿਆਲ ਰੱਖਣਾ, ਇਹਨਾਂ ਸਾਰੀਆਂ ਜਿਹੜੀਆਂ ਵਿਆਖਿਆਵਾਂ ਕੀਤੀਆਂ ਨੇ, ਜਿਹਦੇ ਅੰਦਰ ਸਾਧ ਸੰਗਤ ਜੀ 36 ਪ੍ਰਕਾਰ ਦੇ ਪਦਾਰਥ, ਸਰੀਰ ਤੇ ਲਾਉਣ ਵਾਲੀ ਸੁਗੰਧੀ ਔਰ ਵਧੀਆ ਸੋਹਣੇ ਘਰ ਵਿੱਚ ਰਹਿਣਾ, ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਦਾ ਪ੍ਰਯੋਜਨ ਨਹੀਂ। ਪ੍ਰਯੋਜਨ ਸਿਰਫ ਇੰਨਾ ਹੈ ਕਿ ਇਹ ਚੀਜ਼ਾਂ ਜਿਨ੍ਹਾਂ ਦੀ, ਇਹਦਾ ਮਨ ਜਿਨ੍ਹਾਂ ਵਿੱਚ ਫਸਿਆ, ਇਹਨਾਂ ਦੀ ਵਿਆਖਿਆ ਕਰਕੇ ਜਦੋਂ ਇਹਦਾ ਮਨ ਟਿਕੇ ਤੇ ਉਹਨੂੰ ਰੱਬ ਨਾਲ ਜੋੜ ਦਿੱਤਾ ਜਾਏ। ਪ੍ਰਯੋਜਨ ਸਿਰਫ ਇਹ ਹੈ, ਹੋਰ ਕੋਈ ਸੰਸਾਰ ਦੀ ਵਿਆਖਿਆ ਪ੍ਰਯੋਜਨ ਨਹੀਂ। ਇਸ ਕਰਕੇ ਅੱਗੇ ਇੱਕ ਹੋਰ ਬਚਨ ਕਹਿੰਦੇ ਕਿ ਜਿਹ ਪ੍ਰਸਾਦ ਪਾਟ ਪਟੰਬਰ ਹੰਢਾਵੈ। ਪਟੰਬਰ ਦਾ ਅਰਥ ਹੈ ਰੇਸ਼ਮ ਦਾ ਕੱਪੜਾ। ਇਹਦਾ ਭਾਵ ਹੈ ਜਿਹਦੀ ਕਿਰਪਾ ਨਾਲ ਤੈਨੂੰ ਸੋਹਣੇ ਵਸਤਰ ਪਹਿਨਣ ਵਾਸਤੇ ਮਿਲਦੇ ਨੇ। ਜਾਗਿਆ ਹੋਇਆ ਮਨੁੱਖ ਕੱਪੜੇ ਵਿੱਚੋਂ ਵੀ ਰੱਬ ਨੂੰ ਵੇਖ ਲਏਗਾ। ਸੁੱਤਾ ਹੋਇਆ ਮਨੁੱਖ ਧਾਰਮਿਕ ਗ੍ਰੰਥਾਂ ਵਿੱਚੋਂ ਵੀ ਰੱਬ ਨੂੰ ਨਹੀਂ ਵੇਖ ਸਕਦਾ ਜਿੰਨਾ ਚਿਰ ਜਾਗਦਾ ਨਹੀਂ। ਆ ਵੇਖੋ ਭਗਤ ਨਾਮਦੇਵ ਜੀ ਕੱਪੜਿਆਂ ਵਿੱਚੋਂ ਰੱਬ ਦਾ ਰੰਗ ਵਹਿੰਦੇ ਨੇ। ਰਾਂਗਣ ਰਾਂਗੋ ਸੀਵਣ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਮਨੁੱਖ ਦੇ ਮਨ ਦੀ ਅਵਸਥਾ, ਜਾਗ ਉਹਦੀ ਆਪਣੀ ਹੈ। ਇਸ ਕਰਕੇ ਕਹਿੰਦੇ ਤਿਸੈ ਤਿਆਗ, ਐਸੇ ਰੱਬ ਨੂੰ ਤਿਆਗ ਕੇ ਛੱਡ ਕੇ ਕਤ ਅਵਰ ਲੁਭਾਵੈ। ਕਤ ਦਾ ਅਰਥ ਹੈ ਕਿਉਂ, ਤੂੰ ਹੋਰ ਚੀਜ਼ਾਂ ਵਿੱਚ ਕਿਉਂ ਲੁਭਾਏਮਾਨ ਹੁੰਦਾ ਹੈ, ਭਾਵ ਹੋਰ ਚੀਜ਼ਾਂ ਵਿੱਚ ਕਿਉਂ ਜੁੜਦਾ ਹੈ। ਹਜ਼ੂਰ ਕਹਿੰਦੇ ਜਿਹ ਪ੍ਰਸਾਦ ਸੁਖ ਸੇਜ ਸੋਈਜੈ। ਇੱਥੇ ਸਤਿਗੁਰੂ ਬੜੀ ਦਿੱਤੀ ਹੋਈ ਵੱਡੀ ਦਾਤ, ਜਿਹਨੂੰ ਨੀਂਦ ਕਹਿੰਦੇ ਨੇ, ਨੀਂਦ ਦੀ ਗੱਲ ਕਰਦੇ, ਜਿਹਦੀ ਕਿਰਪਾ ਨਾਲ ਤੂੰ ਸੌਂ ਜਾਂਦਾ ਹੈ, ਕਿਉਂਕਿ ਇਹ ਬਹੁਤ ਵੱਡੀ ਦਾਤ ਹੈ। ਉਹਨੇ ਨੀਂਦ ਪੈਦਾ ਕੀਤੀ। ਇੰਨਾ ਸਿਆਣਾ ਹੈ ਕਿਉਂਕਿ ਉਹਨੂੰ ਸਾਡੇ ਸੁਭਾਅ ਦਾ ਪਤਾ ਸੀ ਬਈ ਜੇ ਇਹ ਸੱਜਣ ਇਹਨੂੰ ਨੀਂਦ ਨਾ ਦਿੱਤੀ ਤੇ ਰਾਤ ਨਾ ਬਣਾਈ, ਇਹਨੇ ਰਾਤ ਵੀ ਦੁਕਾਨ ਬੰਦ ਨਹੀਂ ਕਰਨੀ। 24 ਘੰਟੇ ਉੱਥੇ ਹੀ ਬੈਠੇ ਰਹਿਣਾ, ਨਾ ਨੀਂਦ ਆਵੇ ਨਾ ਰਾਤ ਪਵੇ। ਇਹਨੇ ਛੱਡਣੀ ਨਹੀਂ ਦੁਕਾਨ, ਔਰ ਸਾਰਾ ਦਿਨ ਇਹਨੇ ਕਹਿਣਾ ਵੀ ਹੋਰ ਕਮਾ ਲਈ, ਹੋਰ ਕਮਾ ਲਈ। ਇਸ ਲਈ ਉਹਨੇ ਪਹਿਲਾਂ ਸੋਚਿਆ ਵੀ ਇਸ ਕਮਬਖਤ ਨੂੰ ਕਿਵੇਂ ਉਠਾਵਾਂ ਦੁਕਾਨ ਤੋਂ। ਹਨੇਰਾ ਪਾ ਦਿੱਤਾ, ਸੂਰਜ ਓਹਲੇ ਕਰ ਦਿੱਤਾ। ਫਿਰ ਇਹ ਜਦੋਂ ਜਾਗ ਪੈਂਦਾ ਹੈ ਤੇ 10, 12 ਜਾਂ 14 ਘੰਟਿਆਂ ਬਾਅਦ ਇਹਨੂੰ ਨੀਂਦ ਖਿੱਚਦੀ ਹੈ ਵੀ ਹੁਣ ਹੋਰ ਨਹੀਂ ਜਾਗਿਆ ਜਾਂਦਾ। ਉਹ ਕਾਹਦੇ ਵਾਸਤੇ ਹੈ? ਉਹ ਤਾਂ ਬਣਾਈ ਸੀ ਵੀ ਥੋੜ੍ਹਾ ਜਿਹਾ ਕੰਮ ਛੱਡੇ, ਨਿਕਲੇ ਇਸ ਧੰਦੇ ਵਿੱਚੋਂ, ਥੋੜ੍ਹੀ ਜਿਹੀ ਨੀਂਦ ਲਏਗਾ, ਫਿਰ ਜਾਗੇਗਾ ਤੇ ਫਿਰ ਰੱਬ ਨਾਲ ਜੁੜੇਗਾ। ਇਹ ਸਾਧਨ ਤਾਂ ਬਣਾਏ ਸਨ ਜਿਹਦੀ ਕਿਰਪਾ ਨਾਲ ਕਹਿੰਦੇ ਸੁਖ ਸੇਜ ਸੁਈਜੈ ਮਨ 8 ਪਹਿਰ ਤਾਂ ਕਾ ਜਸ ਗਾ ਵੀਜੈ। ਇੱਥੇ ਮਨ ਨੂੰ ਕਹਿ ਤੂੰ 8 ਪਹਿਰ ਉਹਦਾ ਜਸ ਗਾਇਆ ਕਰ, ਔਰ ਮਨ ਉਹਦਾ ਜਸ ਤਾਂ ਗਾਏਗਾ ਜੇ ਪਹਿਲਾਂ ਰਸਨਾ ਰਾਹੀਂ ਕੋਈ ਗੁਰਸਿੱਖ 2 ਘੰਟੇ ਉਹਦਾ ਜਸ ਗਾਏਗਾ, ਮਨ ਤਾਂ ਹੀ ਗਾਏਗਾ ਨਾ, ਸਿੱਧਾ 8 ਪਹਿਰ ਨਹੀਂ। ਜਿੰਨਾ ਚਿਰ ਰਸਨਾ ਦੇ ਰਾਹੀਂ ਉਹ 2 ਘੰਟੇ ਨਹੀਂ ਲਾਉਂਦਾ, ਉਹਨਾਂ ਚਿਰ 8 ਪਹਿਰ ਉਹਦਾ ਮਨ ਕਿਵੇਂ ਉਸ ਭਾਵ ਵਿੱਚ ਰਹੇਗਾ। ਇਸ ਕਰਕੇ ਕਹਿੰਦੇ ਮਨ 8 ਪਹਿਰ ਤਾਂ ਕਾ ਜਸ ਗਾ ਵੀਜੈ। ਫਿਰ ਬਚਨ ਕੀਤੇ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ।
ਇਹ ਵੀ ਤਾਂ ਉਹਦੀ ਰਹਿਮਤ, ਉਹਦਾ ਪ੍ਰਸਾਦ ਹੈ ਕਿ ਤੂੰ ਜਿਸ ਥਾਂ ਤੇ ਜਾਣਾ ਹੈ ਲੋਕ ਤੈਨੂੰ ਮੰਨਦੇ ਨੇ, ਸਤਿਕਾਰ ਕਰਦੇ ਨੇ, ਇੱਜ਼ਤ ਦਿੰਦੇ ਨੇ। ਇਹਦੇ ਤਬਾਦਲੇ ਵਿੱਚ ਉਹਦਾ ਧੰਨਵਾਦ ਕਰ। ਸਾਧ ਸੰਗਤ ਜੀ ਵੇਖੋ ਕਿੰਨੀਆਂ ਚੀਜ਼ਾਂ ਨੂੰ ਵਰਤਨ ਦੀ ਜਾਚ ਦੱਸੀ ਜਾ ਰਹੀ ਹੈ। ਨਹੀਂ ਤੇ ਆਮ ਤੌਰ ਤੇ ਆਪਾਂ ਕਹਿੰਦੇ ਆ ਨਾ ਵੀ ਵਡਿਆਈ ਹੁੰਦੀ ਏ, ਕਈ ਲੋਕ ਕਹਿਣਗੇ ਮੇਰੀ ਵਡਿਆਈ ਨਾ ਕਰਿਆ ਜੇ, ਮੈਨੂੰ ਸਰੋਪਾ ਨਾ ਦਿਆ ਜੇ, ਮੈਂ ਪੈਸੇ ਦੇਣੇ ਨੇ ਨਾ ਬੋਲਿਆ ਜੇ ਮੇਰਾ, ਉਹ ਕਹਿੰਦੇ ਨੇ ਗੁਪਤ ਦਾਨ। ਸਤਿਗੁਰੂ ਨੇ ਕਿਹਾ ਤੂੰ ਭਜਣਾ ਕਿਉਂ ਏ? ਜੇ ਲੋਕ ਤੇਰੀ ਵਡਿਆਈ ਕਰਦੇ ਨੇ ਤੇ ਤੂੰ ਰੱਬ ਦੀ ਵਡਿਆਈ ਕਰ ਵੀ ਤੂੰ ਕਰਾ ਰਿਹਾ। ਇਹ ਤੇਰਾ ਭਜਣਾ ਵੀ ਇੱਕ ਤਰ੍ਹਾਂ ਦੇ ਨਾਲ ਕਿਤੇ ਨਾ ਕਿਤੇ ਅੰਦਰ ਰੋਗ ਰਹਿ ਜਾਏਗਾ। ਕਈ ਵਾਰੀ ਅਸੀਂ ਕਹਿੰਦੇ ਹਾਂ ਗੁਪਤ ਦਾਨ ਕੀਤਾ ਹੈ। ਗੁਪਤ ਦਾਨ ਤਾਂ ਹੈ, ਗੁਪਤ ਦਾਨ ਦੇ ਅਰਥ ਹੋਰ ਸਨ। ਦਾਨ ਸਾਰੇ ਗੁਪਤ ਹੋ ਸਕਦਾ ਹੈ, ਭਾਵੇਂ ਬੋਲਿਆ ਵੀ ਜਾਏ। ਗੁਪਤ ਦਾ ਅਰਥ ਹੈ ਦਾਨ ਦਿੱਤਾ ਤੇ ਨਾਲ ਹੀ ਭੁੱਲ ਗਿਆ। ਮਾਇਆ ਦਿੱਤੀ ਗੁਰੂ ਘਰ, ਦਿੱਤਾ ਤੇ ਨਾਲ ਹੀ ਭੁੱਲ ਗਿਆ। ਪਰ ਜੇ ਇੱਕ ਪੱਖਾ ਆਪਾਂ ਦੇ ਦਿੱਤਾ, 20 ਸਾਲ ਬਾਅਦ ਗੁਰਦੁਆਰੇ ਆਏ ਤੇ ਫਿਰ ਪੱਖੇ ਨੂੰ ਵੇਖੀ ਗਏ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਹੀ ਨਹੀਂ ਆਇਆ। ਅੰਦਰ ਕਿਤੇ ਗੁਪਤ ਦਾਨ ਵੜਿਆ ਹੋਇਆ। ਚੰਗਾ ਹੁੰਦਾ ਇਹ ਗੁਪਤ ਦਾਨ ਨਾਲੋਂ ਇਹ ਦਾਨ ਪ੍ਰਗਟ ਹੋ ਜਾਂਦਾ ਤੇ ਅੰਦਰੋਂ ਨਿਕਲ ਜਾਂਦਾ। ਇਹ ਤੇ ਅੰਦਰ ਰਹਿ ਕੇ ਇਹਨੇ ਬਿਮਾਰੀ ਪੈਦਾ ਕਰ ਦਿੱਤੀ। ਇਸ ਕਰਕੇ ਸੂਖਸ਼ਮ ਹਉਮੈ ਦੇ ਰੋਗ ਨੇ ਜਿਹੜੇ ਸਾਡੇ ਅੰਦਰ ਫਸੇ ਰਹਿੰਦੇ ਨੇ, ਉਹਨਾਂ ਨੂੰ ਅਸੀਂ ਤਿਆਗਦੇ ਨਹੀਂ। ਇਹ ਬਾਹਰਲੇ ਸਿਰਫ ਕਰਮਾਂ ਦੇ ਨਾਲ ਕਦੀ ਕੋਈ ਗੁਪਤ ਦਾਨ ਨਹੀਂ ਕਰਦਾ। ਗੁਪਤ ਦਾਨ ਦਾ ਅਰਥ ਹੈ ਕਿ ਜੋ ਵੀ ਤੂੰ ਧਰਮ ਦਾ ਕਾਰਜ ਕਰਨਾ ਪਿਆ, 1 ਤੋਂ ਲੈ ਕੇ 100 ਤੱਕ, ਉਹਨੂੰ ਨਾਲੋਂ ਨਾਲ ਭੁੱਲੀ ਜਾ, ਨਾਲੋਂ ਨਾਲ ਉਹਨੂੰ ਯਾਦ ਵਿੱਚੋਂ ਕੱਢਦੇ ਨਹੀਂ ਤੇ ਉਸਨੇ ਅੰਦਰ ਰਹਿ ਕੇ ਹਉਮੈ ਦਾ ਬੂਟਾ ਬਣ ਜਾਣਾ। ਤਾਂ ਇੱਥੇ ਕਹਿੰਦੇ ਵਡਿਆਈ ਮਿਲੀ ਹੈ, ਵਡਿਆਈ ਤੋਂ ਭੱਜੀ ਨਾ। ਸਤਿਗੁਰੂ ਨੇ ਦੋਵਾਂ ਨੂੰ ਇੱਕੋ ਰੱਸੇ ਵਿੱਚ ਲਿਆ, ਨਿੰਦਿਆ ਤੇ ਉਸਤਤ। ਨਿੰਦਿਆ ਹੁੰਦੀ ਉਹਨੂੰ ਵੀ ਪਿਆਰ ਨਾਲ ਸੁਣ ਤੇ ਉਸਤਤ ਹੁੰਦੀ ਉਹਨੂੰ ਵੀ ਪਿਆਰ ਨਾਲ ਸੁਣ, ਦੋਵਾਂ ਤੋਂ ਕਾਲਾ ਨਾ ਪਈ। ਇਸ ਕਰਕੇ ਕਹਿੰਦੇ ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਂ ਕੋ ਜਸ ਰਸਨ ਬਖਾਨੈ। ਸਾਫ਼ ਤੌਰ ਤੇ ਇੱਥੇ ਮੂੰਹ ਤੇ ਰਸਨਾ ਦੋਵਾਂ ਦਾ ਨਾਮ ਲਿਆ ਗਿਆ। ਅੱਜ ਕੱਲ੍ਹ ਦੇ ਕੁਝ ਸੱਜਣ ਜਿਨ੍ਹਾਂ ਤੇ ਬੜਾ ਤਰਸ ਵੀ ਆਉਂਦਾ ਹੈ, ਉਹ ਕਹਿੰਦੇ ਨੇ ਨਾਮ ਦਾ ਅਭਿਆਸ ਕੋਈ ਨਹੀਂ ਹੁੰਦਾ। ਮੈਂ ਹੈਰਾਨ ਹੋ ਗਿਆ ਸੁਣ ਕੇ। ਕਹਿੰਦੇ ਨਾਮ ਦਾ ਜਪਣਾ ਕੋਈ ਨਹੀਂ ਹੁੰਦਾ, ਮਨ ਵਿੱਚ ਹੀ ਧਿਆਨ ਰੱਖੀਦਾ। ਮੈਂ ਕਿਹਾ ਵੀ ਇਹ ਤੇ ਬ੍ਰਹਮ ਗਿਆਨੀ ਜੰਮੇ ਨੇ ਸ਼ੁਰੂ ਤੋਂ, ਇਹਨਾਂ ਨੂੰ ਹੋਰ ਕਰਨੇ ਕੱਖ ਨਹੀਂ ਪਿਆ। ਇਹ ਉਹਦੀ ਅਵਸਥਾ ਹੈ ਬ੍ਰਹਮ ਗਿਆਨੀ ਦੀ, ਜਿਹਨੂੰ ਕੋਈ ਨਹੀਂ ਜਪਣਾ ਪੈਂਦਾ, ਕਰਮ ਦੀ ਕੋਈ ਲੋੜ ਨਹੀਂ, ਪਰ ਉਹ ਫਿਰ ਵੀ ਕਰਦੇ ਰਹਿੰਦੇ ਨੇ। ਪਰ ਅਸੀਂ ਸਾਧ ਸੰਗਤ ਜੀ ਅਜੇ ਦੁੱਧ ਪੀਂਦੇ ਬੱਚੇ ਹਾਂ ਤੇ ਪਹਿਲਵਾਨੀ ਕਰਨ ਲੱਗ ਪਏ, ਇਸ ਕਰਕੇ ਕਿਤੇ ਵੀ ਪਹੁੰਚੇ ਨਹੀਂ। ਸਤਿਗੁਰੂ ਕਹਿੰਦੇ ਮੁਖ ਤਾਂ ਕੋ, ਆਪਣੇ ਮੂੰਹ ਦੇ ਨਾਲ ਬੋਲ ਕੇ ਜਸ ਰਸਨ ਬਖਾਨੈ, ਆਪਣੀ ਰਸਨਾ ਦੇ ਨਾਲ ਉਹਦਾ ਉਚਾਰਨ ਕਰ, ਉਹਨੂੰ ਬੋਲ। ਇਹ ਸਤਿਗੁਰੂ ਹਦਾਇਤ ਕਰ ਰਹੇ ਨੇ। ਫਿਰ ਕਹਿੰਦੇ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਜਿਹਦੀ ਕਿਰਪਾ ਦੇ ਨਾਲ ਤੇਰਾ ਧਰਮ ਕਾਇਮ ਰਹਿੰਦਾ ਹੈ, ਤੇਰਾ ਧਰਮ ਜਿਹੜੀਆਂ ਸਿੱਖਿਆਵਾਂ ਦਿੰਦਾ ਹੈ, ਜੋ ਸਮਝਾਉਂਦਾ ਹੈ, ਜਿਹਦੀ ਕਿਰਪਾ ਦੇ ਨਾਲ ਤੂੰ ਉਹਨਾਂ ਨੂੰ ਕਮਾ ਸਕਣਾ ਹੈ। ਰਹਿਤ ਵਿੱਚ ਰਹਿਣਾ ਹੈ, ਇਹ ਵੀ ਉਹਦੀ ਰਹਿਮਤ ਹੈ। ਉਹ ਹੱਥ ਦੇ ਕੇ ਰਹਿਤ ਵਿੱਚ ਰੱਖਦਾ ਹੈ, ਕਿਰਪਾ ਕਰਦਾ ਹੈ। ਰਹਿਤਾ ਧਰਮ, ਉਹਨੂੰ ਸਦਾ ਆਪਣੇ ਮਨ ਦੇ ਵਿੱਚ ਕੇਵਲ ਪਾਰ ਬ੍ਰਹਮ ਨੂੰ ਧਿਆਉਣਾ ਚਾਹੀਦਾ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ, ਨਾਨਕ ਪਤ ਸੇਤੀ ਘਰ ਜਾਵਹਿ। ਔਰ ਇਸ ਨਾਮ ਵਿੱਚ ਇਹ ਬਰਕਤਾਂ ਨੇ। ਇਸ ਨਾਮ ਨਾਲ ਕੇਵਲ ਸੰਸਾਰ ਵਿੱਚ ਇੱਜ਼ਤ ਨਹੀਂ ਮਿਲਦੀ, ਨਿਰੰਕਾਰ ਦੇ ਘਰ ਵੀ ਮਾਣ ਮਿਲਦਾ ਹੈ, ਉੱਥੇ ਵੀ ਵਡਿਆਈ ਔਰ ਪਤ ਮਿਲਦੀ ਹੈ। ਵੇਖੋ ਮਨੁੱਖ ਪਹਿਲਾਂ ਤੇ ਸੰਸਾਰਕ ਇੱਜ਼ਤ ਹੀ ਵੇਖਦਾ ਹੈ ਨਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਏ ਭਗਤਾਂ ਦਾ ਜੀਵਨ ਪੜ੍ਹ ਕੇ ਵੇਖੀਏ, ਜਾਂ ਹੋਰ ਕਿਸੇ ਵੀ ਭਗਤ ਦਾ ਜਿਹੜਾ ਰੁਲਦਾ ਫਿਰਦਾ ਸੀ, ਇਹ ਉਹਦੀ ਇੱਕ ਵਡਿਆਈ ਹੈ ਕਿ ਜਿਹੜਾ ਮਨੁੱਖ ਨਾਮ ਨਾਲ ਜੁੜਦਾ ਹੈ ਨਾ, ਉਹ ਕੇਵਲ ਮਨੁੱਖਾਂ ਦਾ ਰਾਜਾ ਨਹੀਂ ਹੁੰਦਾ, ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਹੇਮੇ ਨੂੰ ਇਹ ਕਿਹਾ ਸੀ ਨਾ
ਉਹਨਾਂ ਬਾਰੇ ਜਿਹੜੀ ਪੌੜੀ ਉਚਾਰੀ ਸੀ ਉਹਦੇ ਵਿੱਚ ਇਹ ਬਚਨ ਕੀਤਾ ਸੀ ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਨਾਮ ਵਿੱਚ ਇਹ ਤਾਕਤ ਹੈ, ਜਿਹੜਾ ਮਨੁੱਖ ਨਾਮ ਨਾਲ ਜੁੜ ਜਾਏ, ਜਿਹੜੇ ਪਹਿਲਾਂ ਉਹਨੂੰ ਘਰ ਦੇ ਜੀਵ ਵੀ ਸਤਿਕਾਰ ਨਹੀਂ ਸਨ ਕਰਦੇ, ਉਹਦੇ ਅੱਗੇ ਪਸ਼ੂ ਤੇ ਪੰਛੀ ਵੀ ਝੁਕਣ ਲੱਗ ਪੈਂਦੇ ਨੇ। ਉਹਦੇ ਵਿੱਚ ਇੰਨੀ ਬਰਕਤ ਤੇ ਤਾਕਤ ਹੈ, ਸਾਰਾ ਸ੍ਰਿਸ਼ਟੀ ਦਾ ਢਾਂਚਾ ਉਹਦਾ ਮਿੱਤਰ ਬਣ ਜਾਂਦਾ ਹੈ। ਇਸ ਕਰਕੇ ਕਹਿੰਦੇ ਪ੍ਰਭ ਜੀ ਜਪਤ ਦਰਗਹ ਮਾਨ ਪਾਵੈ, ਨਾਨਕ ਪਤ ਛੇਤੀ। ਪਤ ਦੇ ਅਰਥ ਨੇ ਇੱਜ਼ਤ। ਘਰ ਜਾਵੈ, ਆਪਣੇ ਘਰ ਭਾਵ ਅਕਾਲ ਪੁਰਖ ਦੀ ਗੋਦ ਵਿੱਚ ਨਿਵਾਸ ਕਰਨ ਲੱਗ ਪੈਂਦਾ ਹੈ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਜਿਹਦੀ ਕਿਰਪਾ ਨਾਲ, ਜਿਹਦੀ ਰਹਿਮਤ ਨਾਲ। ਸਾਧ ਸੰਗਤ ਇਹ ਅਸ਼ਟਪਦੀ ਤਾਂ ਉਚਾਰੀ ਕਿਤੇ ਬੰਦੇ ਨੂੰ ਧਰਮ ਦਾ ਮਾਣ ਨਾ ਹੋ ਜਾਏ। ਸੰਸਾਰਕ ਮਾਣ ਲਾਉਣਾ ਸੌਖਾ ਜੇ। ਜਦੋਂ ਕੋਈ ਗੁਰਸਿੱਖ ਸਿੱਖੀ ਕਮਾਉਣ ਲੱਗ ਪੈਂਦਾ ਹੈ ਨਾ, ਉਹਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੁੰਦਾ ਗੁਰੂ ਨੂੰ। ਜਦੋਂ ਸਿੱਖ ਜਿਉਂ-ਜਿਉਂ ਅੱਗੇ ਵੱਧਦਾ ਹੈ, ਗੁਰੂ ਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੁੰਦਾ ਹੈ ਕਿ ਸਿੱਖ ਵਿੱਚ ਕਿਤੇ ਮਾਨ ਨਾ ਆ ਜਾਏ, ਕਿਉਂਕਿ ਇਹ ਰੋਗ ਬੜਾ ਲੰਮਾ ਹੈ ਤੇ ਕਈ ਜਨਮਾਂ ਤੱਕ ਬੰਦੇ ਵਿੱਚ ਬੈਠਾ ਰਹਿੰਦਾ, ਛੱਡਦਾ ਨਹੀਂ। ਤੇ ਸਤਿਗੁਰੂ ਫਿਰ ਉਸ ਬੂਟੇ ਨੂੰ ਪੱਟਣ ਦਾ ਉਪਰਾਲਾ ਕਰਦੇ ਨੇ। ਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਆਪਣੇ ਹੱਥੀਂ ਪਾਲਿਆ ਸੀ ਨਾ, ਦੁੱਧ ਪਿਆ ਪਿਆ ਕੇ। ਪਰ ਜਿਉਂ-ਜਿਉਂ ਖਬਰਾਂ ਮਿਲਣ ਲੱਗੀਆਂ ਵੀ ਪੈਂਦੇ ਖਾਨ ਜਿੱਥੇ ਬਹਿੰਦਾ ਹੈ ਨਾ, ਤਾਕਤ ਤੇ ਗੁਰੂ ਨੇ ਦਿੱਤੀ। ਜਿੱਥੇ ਬਹਿੰਦਾ ਉੱਥੇ ਕਹਿੰਦਾ ਜੇ ਮੈਂ ਨਾ ਹੁੰਦਾ ਤੇ ਗੁਰੂ ਨੇ ਕਿੱਥੇ ਜਿੱਤਣਾ ਸੀ। ਗੱਲ ਇੱਥੋਂ ਤੱਕ ਚਲੀ। ਜਿੱਥੇ ਬਹਿੰਦਾ ਸਿੱਖਾਂ ਨੂੰ ਕਹਿੰਦਾ ਵੀ ਤੁਸੀਂ ਵੀ ਕੋਈ ਘਿਓ ਕਿਆ ਖਾ ਲਿਆ ਕਰੋ, ਤੁਹਾਡੇ ਵਿੱਚ ਤੇ ਤਾਕਤ ਹੀ ਕੋਈ ਨਹੀਂ। ਆ ਪੈਂਦੇ ਖਾਨ ਕੱਲਾ ਹੈ ਜਿਹੜਾ ਜੰਗ ਜਿੱਤਦਾ। ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਹੰਕਾਰ ਦਾ ਬੂਟਾ ਇਹਦੇ ਵਿੱਚ ਉੱਗਦਾ ਜਾਂਦਾ ਹੈ। ਨੇੜੇ ਰਹਿ ਕੇ ਵੀ ਹੰਕਾਰ ਆ ਗਿਆ, ਖਿਆਲ ਰੱਖਣਾ। ਇਸ ਲਈ ਮਾਣ ਬਹੁਤ ਹੀ ਬਰੀਕ ਹੈ ਔਰ ਇਹਦਾ ਕੋਈ ਪਤਾ ਨਹੀਂ। ਆਦਮੀ ਗੁਰੂ ਦੇ ਬਿਲਕੁਲ ਕੋਲ ਬੈਠਾ ਹੋਵੇ ਤੇ ਉੱਥੇ ਵੀ ਆ ਜਾਏ, ਕੋਈ ਜ਼ਰੂਰੀ ਨਹੀਂ। ਜੇ ਪੈਂਦੇ ਖਾਨ ਵਿੱਚ ਆ ਸਕਦਾ ਤੇ ਅਸੀਂ ਤੇ ਬੜੀ ਦੂਰ ਰਹਿੰਦੇ ਹਾਂ। ਇਸ ਕਰਕੇ ਇਹ ਰਸਤਾ ਅਰਦਾਸ ਦਾ ਤਾਂ ਬਣਾਇਆ ਔਰ ਇਹ ਤਾਂ ਕਿਹਾ ਵੀ ਹਰ ਇੱਕ ਕੰਮ ਵਿੱਚ ਕਹੋ ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਵੀ ਕਿਤੇ ਇਹ ਬੂਟਾ ਨਾ ਉੱਗ ਪਵੇ ਅੰਦਰ। ਅੱਗੇ ਕਹਿੰਦੇ ਜੋ ਤੈਨੂੰ ਤਨ ਮਿਲਿਆ, ਜੋ ਸਰੀਰ ਮਿਲਿਆ ਕੰਚਨ ਵਰਗਾ, ਅਰੋਗ ਹੈ, ਜਿਹਨੂੰ ਕੋਈ ਰੋਗ ਨਹੀਂ, ਸਦਾ ਹੀ ਕਾਇਮ ਰਹਿੰਦਾ। ਜੇ ਪ੍ਰਸਾਦ, ਇਹ ਵੀ ਉਹਦੀ ਕਿਰਪਾ ਦੇ ਨਾਲ ਤੈਨੂੰ ਕੰਚਨ ਵਰਗੀ ਦੇਹੀ, ਸੋਨੇ ਵਰਗੀ ਦੇਹੀ ਮਿਲੀ ਹੈ, ਅਰੋਗ ਮਿਲੀ ਹੈ। ਫਿਰ ਕਹਿੰਦੇ ਲਿਵ ਲਾਵੋ ਤਿਸ ਰਾਮ ਸਨੇਹੀ। ਹੁਣ ਇਹ ਪੰਜਵੀਂ ਗੱਲ ਕਹਿੰਦੇ ਨੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਅਵਸਥਾਵਾਂ ਨੇ। ਹੁਣ ਅਗਲੀ ਗੱਲ ਹੈ ਲਿਵ। ਲਿਵ ਧਾਤ ਦੋਏ ਰਾਹ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਚੀਜ਼ਾਂ ਆਈਆਂ ਨੇ। ਲਿਵ ਕਿਹੜੀ ਹੈ? ਲਿਵ ਉਹਨੂੰ ਕਹਿੰਦੇ ਨੇ ਵੀ ਸਿੱਖ ਜਿੱਥੇ ਬਵੇ ਤੇ ਉਹਦਾ ਹੱਥ ਚੁੱਕਣ ਨੂੰ ਜੀ ਨਾ ਕਰੇ, ਉਹਨੂੰ ਕਹਿੰਦੇ ਹੁਣ ਲਿਵ ਲੱਗਣੀ ਸ਼ੁਰੂ ਹੋ ਗਈ। ਉਹਦੀ ਕੀ ਨਿਸ਼ਾਨੀ ਹੈ? ਉਹਦੀ ਨਿਸ਼ਾਨੀ ਉਹਦਾ ਸਰੀਰ ਮਿੱਟੀ ਬਣ ਕੇ ਰੱਬ ਅੱਗੇ ਡਿੱਗ ਪੈਂਦਾ, ਹਿੱਲਦਾ ਨਹੀਂ। ਉਹਦਾ ਚਿੱਤ ਨਹੀਂ ਕਰਦਾ ਵੀ ਆਪਣਾ ਹੱਥ ਚੁੱਕ ਕੇ ਇੱਕ ਗੋਡੇ ਤੋਂ ਦੂਜੇ ਤੇ ਰੱਖ ਦਿਆਂ। ਤੇ ਜਿੰਨਾ ਚਿਰ ਲਿਵ ਨਹੀਂ ਆਉਂਦੀ ਉਹਨਾਂ ਚਿਰ ਸਰੀਰ ਨਹੀਂ ਟਿਕਦਾ। ਸਾਹਿਬ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ। ਦੇਹ ਨਿਮਾਣੀ ਰਹਿੰਦੀ ਏ। ਕਿਆ ਕਰੇ ਵਿਚਾਰੀਆ, ਉਹਨਾਂ ਚਿਰ ਉਹ ਬੰਦਾ ਵਿਚਾਰਾ ਯਤਨ ਕਰਦਾ ਵੀ ਟਿਕ ਕੇ ਬਹਿ ਜਾ, ਤੇ ਬੈਠਾ ਕੋਈ ਨਹੀਂ ਜਾਂਦਾ। ਕਿਵੇਂ ਟਿਕੇ? ਲਿਵ ਨਹੀਂ ਆਈ ਅਜੇ। ਤਾਂ ਗੁਰੂ ਦੀ ਰਹਿਮਤ ਨਾਲ ਲਿਵ ਲਾਵੋ। ਲਿਵ ਦਾ ਅਰਥ ਹੈ ਅਗਲੀ ਪੰਜਵੀਂ ਅਵਸਥਾ। ਉਹਦੇ ਵਿੱਚ ਫਿਰ ਗੁਰਮੁਖ ਨੂੰ ਬਹੁਤਾ ਨਹੀਂ ਕਰਨਾ ਪੈਂਦਾ। ਜਿਵੇਂ ਕੋਈ ਆਦਮੀ ਸ਼ੁਰੂ ਵਿੱਚ ਬਿਜ਼ਨਸ ਆਰੰਭ ਕਰਦਾ ਤੇ ਉਹਨੂੰ ਬੜੀ ਭੱਜ ਦੌੜ ਕਰਨੀ ਪੈਂਦੀ। ਜਦੋਂ ਥੋੜ੍ਹਾ ਜਿਹਾ ਧਨੀ ਹੋ ਜਾ ਤੇ ਮਿਹਨਤ ਘਟ ਜਾਂਦੀ ਏ। ਜਦੋਂ ਕਰੋੜਪਤੀ ਹੋ ਜਾਂਦਾ ਤੇ ਉਹਨੂੰ ਕੁਝ ਵੀ ਨਹੀਂ ਕਰਨਾ ਪੈਂਦਾ, ਉਹ ਮਾਇਆ ਆਪਣੇ ਆਪ ਕਾਰੋਬਾਰ ਚਲਾਈ ਜਾਂਦੀ। ਇਸ ਤਰ੍ਹਾਂ ਆਰੰਭ ਵਿੱਚ ਗੁਰਮੁਖ ਨੂੰ ਬਹੁਤੀ ਮਿਹਨਤ ਕਰਨੀ ਪੈਂਦੀ ਹੈ ਤੇ ਬਾਅਦ ਵਿੱਚ ਜਿਉਂ-ਜਿਉਂ ਇਹ ਧਰਮ ਦਾ, ਨਾਮ ਦਾ ਧਨ ਵੱਧਦਾ ਜਾਂਦਾ, ਮਿਹਨਤ ਘੱਟ ਤੇ ਫਲ ਜ਼ਿਆਦਾ ਆਉਣ ਲੱਗ ਪੈਂਦਾ ਹੈ। ਪਰ ਸਾਧ ਸੰਗਤ ਜਿਵੇਂ ਦਾ ਸੰਸਾਰੀ ਨੂੰ ਲੋਭ ਜਾਗਦਾ ਹੈ ਨਾ,
ਕਿ ਜਿਉਂ-ਜਿਉਂ ਮਾਇਆ ਵੱਧਦੀ ਉਹਨੂੰ ਨੀਂਦ ਨਹੀਂ ਆਉਂਦੀ ਵੀ ਹੋਰ ਕਮਾ ਲਵਾਂ। ਇਸ ਤਰ੍ਹਾਂ ਜਿਹੜੇ ਇਸ ਧਨ ਦੇ ਮਾਲਕ ਹੋ ਜਾਂਦੇ ਨੇ, ਸ਼ਾਹ ਹੋ ਜਾਂਦੇ ਨੇ, ਫਿਰ ਉਹ ਚਾਹੁੰਦੇ ਨੇ ਵੀ ਇਸ ਧਨ ਨੂੰ ਦਿਨ ਰਾਤ ਹੋਰ ਕਮਾਈ ਜਾਈਏ, ਹੋਰ ਇਸ ਰਾਹ 'ਤੇ ਅੱਗੇ ਵੱਧਦੇ ਜਾਂਦੇ ਨੇ। ਉਹ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੋ ਜਾਂਦਾ। ਲਿਵ ਲਾਵੋ ਤਿਸ ਰਾਮ ਸਨੇਹੀ। ਸਨੇਹੀ ਦਾ ਅਰਥ ਹੈ ਪਿਆਰ ਵਾਲੇ ਪਰਮਾਤਮਾ ਦੇ ਨਾਲ ਲਿਵ ਲਾਉਣੀ ਚਾਹੀਦੀ। ਹਜ਼ੂਰ ਕਹਿੰਦੇ ਜੇ ਪ੍ਰਸਾਦ ਤੇਰਾ ਓਲਾ ਰਹਿਤ। ਓਲਾ ਦੇ ਅਰਥ ਨੇ ਪਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰੇ ਕਈ ਪਰਦੇ ਕੱਜੇ ਜਾਂਦੇ ਨੇ। ਵੈਸੇ ਗੁਰੂ ਦਾ ਸੁਭਾਅ ਹੈ ਪਰਦੇ ਕੱਜਣਾ। ਗੁਰੂ ਸਿੱਖ ਦੇ ਅਵਗੁਣਾਂ ਨੂੰ ਜ਼ਰੂਰ ਜਾਣਦਾ ਹੈ। ਆਉਣ ਵਾਲੇ ਸਮੇਂ ਵਿੱਚ ਉਹਦਾ ਕਿੱਥੇ ਪਰਦਾ ਲੈਣਾ ਇਹ ਵੀ ਪਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ। ਪਰ ਜੇ ਆਪਣਾ ਆਪ ਆਪਾਂ ਸੌਂਪ ਦਈਏ ਹੈ ਥੋੜ੍ਹਾ ਜਿਹਾ ਔਖਾ। ਕਿਸੇ ਸਿੱਖ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਚਰਨਾਂ 'ਚ ਕਿ ਸਤਿਗੁਰੂ ਫਿਕਰ ਲੱਗਾ ਰਹਿੰਦਾ ਪਰਿਵਾਰ ਦਾ, ਕਾਰੋਬਾਰ ਦਾ, ਵੀ ਕਿਤੇ ਕਿਸੇ ਥਾਂ ਦੇ ਉੱਤੇ ਸੰਸਾਰ ਦੇ ਵਿੱਚ ਆਪਣੀ ਇੱਜ਼ਤ ਨਾ ਕਿਤੇ ਰੁਲੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤਾ, ਭਾਈ ਜਿਵੇਂ ਇੱਕ ਨੌਕਰ ਆਪਣੇ ਮਾਲਕ ਦੇ ਘਰ ਰਹਿੰਦਾ ਹੈ, ਉਸ ਮਾਲਕ ਨੇ ਕਈ ਘੋੜੇ ਰੱਖੇ ਨੇ, ਉਹਨਾਂ ਨੂੰ ਉਹ ਪਾਲਦਾ ਨੌਕਰ, ਕੰਮ ਕਰਦਾ, ਪੱਠੇ ਪਾਉਂਦਾ, ਦਾਣਾ ਪਾਉਂਦਾ। ਕਦੀ ਕਦੀ ਉਹ ਘੋੜੇ ਤੇ ਚੜ੍ਹ ਕੇ ਸਵਾਰੀ ਵੀ ਕਰ ਲੈਂਦਾ ਨੌਕਰ, ਘੋੜਾ ਭਜਾ ਕੇ ਲਿਆਉਂਦਾ ਤੇ ਘੋੜਾ ਥੱਕਿਆ ਹੋਵੇ ਤੇ ਭਾਵੇਂ ਹੋ ਜਾਏ ਬਿਮਾਰ, ਰਾਤ ਨੂੰ ਮਾਲਕ ਦੇ ਘਰ ਬੰਨ੍ਹ ਕੇ ਤੇ ਆਪਣੇ ਘਰ ਆਰਾਮ ਨਾਲ ਸੌਂ ਜਾਂਦਾ। ਉਹਨੂੰ ਕੋਈ ਪਰਵਾਹ ਨਹੀਂ ਵੀ ਘੋੜਾ ਬਿਮਾਰ ਹੈ ਕਿ ਭੁੱਖਾ ਹੈ, ਕਿਉਂਕਿ ਉਹਦੇ ਮਾਲਕ ਦਾ ਹੈ। ਕਹਿਣ ਲੱਗੇ ਜਿਹੜੇ ਸਿੱਖ ਗੁਰੂ ਨਾਨਕ ਦੇ ਘਰ ਨੂੰ ਸਭ ਕੁਝ ਸੌਂਪ ਦਿੰਦੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਰਹਿੰਦਾ, ਕਿਉਂਕਿ ਉਹਨਾਂ ਦੀ ਇੱਜ਼ਤ ਗੁਰੂ ਦੀ ਇੱਜ਼ਤ ਬਣ ਜਾਂਦੀ ਹੈ। ਉਹ ਗੁਰੂ ਦੇ ਪੱਗ ਵੱਟ ਭਰਾ ਹੋ ਜਾਂਦੇ ਨੇ। ਸਾਧ ਸੰਗਤ ਜੀ, ਕਲਗੀਆਂ ਵਾਲੇ ਨੇ ਤੇ ਸਾਡੇ ਨਾਲ ਪੱਗ ਹੀ ਵਟਾ ਦਿੱਤੀ ਸੀ ਚਮਕੌਰ ਦੀ ਗੜੀ ਵਿੱਚ। ਭਾਈ ਸੰਗਤ ਸਿੰਘ ਨੂੰ ਜਿੱਥੇ ਕਲਗੀ ਦਿੱਤੀ ਸੀ ਉੱਥੇ ਦਸਤਾਰ ਵੀ ਬਖਸ਼ ਦਿੱਤੀ। ਲੈ ਮੈਂ ਆਪਣੇ ਪੰਥ ਨਾਲ ਪੱਗ ਵਟਾਉਣਾ। ਪੱਗ ਵਟਾਉਣ ਦਾ ਮਤਲਬ ਕੀ ਸੀ? ਪੱਗ ਵੱਟ ਭਰਾ ਕਿਹਨੂੰ ਕਹਿੰਦੇ? ਜਦੋਂ ਦੋ ਮਿੱਤਰ ਬਹੁਤੇ ਗੂੜੇ ਹੋ ਜਾਂਦੇ ਨੇ, ਇੱਕ ਦੂਜੇ ਦੇ ਘਰ ਆਉਣਾ ਜਾਣਾ ਬਹੁਤਾ ਹੋ ਜਾਂਦਾ ਹੈ, ਉਹ ਫਿਰ ਪੱਗ ਵਟਾ ਲੈਂਦੇ ਸਨ। ਪਹਿਲਾਂ ਹੁੰਦੇ ਸਨ, ਹੁਣ ਤੇ ਕੋਈ ਨਹੀਂ ਰਹੇ। ਉਹ ਪੱਗ ਵਟਾ ਕੇ ਕਹਿੰਦੇ ਵੀ ਅੱਜ ਤੋਂ ਬਾਅਦ ਤੇਰੀ ਇੱਜ਼ਤ ਮੇਰੀ ਹੈ ਤੇ ਮੇਰੀ ਇੱਜ਼ਤ ਤੇਰੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਡੇ ਨਾਲ ਪੱਗ ਵਟਾਈ ਸੀ, ਆਪਣੀ ਪੱਗ ਸਾਨੂੰ ਦਿੱਤੀ, ਸਾਡੀ ਪੱਗ ਆਪ ਬੰਨੀ ਭਾਈ ਸੰਗਤ ਸਿੰਘ ਦੇ ਰੂਪ ਵਿੱਚ। ਪਰ ਪਤਾ ਨਹੀਂ ਸਾਨੂੰ ਅੱਜ ਚੇਤਾ ਭੁੱਲ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਗੁਰਸਿੱਖੋ ਤੁਹਾਨੂੰ ਮੈਂ ਆਪਣੀ ਪੱਗ ਦਿੱਤੀ ਹੈ ਤੇ ਕੇਸ ਬਖਸ਼ਿਸ਼ ਕੀਤੇ ਨੇ, ਇਹਨਾਂ ਨੂੰ ਸੰਭਾਲ ਕੇ ਰੱਖਿਆ ਜੇ। ਗੁਰੂ ਸਾਡੀ ਇੱਜ਼ਤ ਢੱਕਦਾ ਪਰ ਅਸੀਂ ਗੁਰੂ ਦੀ ਦਿੱਤੀ ਹੋਈ ਅਮਾਨਤ ਨੂੰ ਸਾਂਭ ਕੇ ਨਹੀਂ ਰੱਖਦੇ। ਇਹ ਸਾਡਾ ਫਰਜ਼ ਬਣਦਾ। ਇਸ ਕਰਕੇ ਕਹਿੰਦੇ ਨੇ ਤੇਰਾ ਓਲਾ। ਗੁਰੂ ਸਿੱਖ ਦੇ ਹਰ ਇੱਕ ਪ੍ਰਕਾਰ ਦੇ ਪਰਦੇ ਨੂੰ ਕੱਜਣ ਵਿੱਚ ਸਮਰੱਥ ਹੈ, ਬਸ਼ਰਤੇ ਕਿ ਸਿੱਖ ਨੀਅਤ ਸੁੱਧ ਲੈ ਕੇ ਤੁਰੇ, ਭਾਵੇਂ ਉਹਦੇ ਕਰਮ ਇੰਨੇ ਉੱਚੇ ਨਾ ਵੀ ਹੋਣ, ਉਹ ਗੱਲ ਵੱਖਰੀ ਹੈ। ਉਹਦੀ ਭਾਵਨਾ ਨੀਤੀ ਵੱਧ ਨਾ ਹੋਵੇ, ਨੀਅਤ ਚੰਗੀ ਹੋਵੇ ਤੇ ਗੁਰੂ ਉਹਦੇ ਪਰਦੇ ਕੱਜਦਾ ਤੇ ਉਹਦਾ ਬੇੜਾ ਪਾਰ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਪ੍ਰਸਾਦ ਤੇਰਾ ਓਲਾ ਰਹਿਤ। ਜਿਹਦੀ ਕਿਰਪਾ ਨਾਲ ਤੇਰਾ ਓਲਾ ਰਹਿ ਜਾਂਦਾ, ਪਰਦਾ ਕੱਜਿਆ ਜਾਂਦਾ ਹੈ। ਮਨ ਸੁਖ ਪਾਵਹਿ ਹਰ ਹਰ ਜਸ ਕਹਿਤ। ਹੇ ਮੇਰੇ ਮਨ, ਇਸ ਤਰ੍ਹਾਂ ਦੇ ਅਕਾਲ ਪੁਰਖ ਦੇ ਜਸ ਨੂੰ ਕਹਿਣ ਨਾਲ, ਉਹਦਾ ਨਾਮ ਜਪਣ ਨਾਲ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ। ਛਿਦਰ ਦਾ ਅਰਥ ਹੈ ਕਮਜ਼ੋਰੀਆਂ। ਸੱਚੇ ਪਾਤਸ਼ਾਹ ਕਹਿੰਦੇ ਉਹ ਇੰਨਾ ਦਿਆਲੂ ਹੈ, ਇੰਨਾ ਬਖਸ਼ਿਸ਼ ਵਾਲਾ ਹੈ, ਤੇਰੇ ਸਾਰੇ ਪਰਦੇ ਕੱਜ ਲੈਂਦਾ ਹੈ। ਇੱਕ ਛੋਟੀ ਜਿਹੀ ਘਟਨਾ ਕਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਵਿੱਚ ਜਦੋਂ ਬਹੁਤ ਸਾਰੀਆਂ ਕਵਿਤਾਵਾਂ, ਸਾਹਿਤ, ਬਾਣੀ ਰਚੀ, ਸਤਿਗੁਰਾਂ ਦਾ ਇੱਕ ਨਜ਼ਦੀਕੀ ਲਿਖਾਰੀਆਂ ਵਿੱਚੋਂ ਉਹਨਾਂ ਦੇ ਨਾਲ ਰਹਿੰਦਾ ਸੀ ਸਿੱਖ।
ਰੋਸ਼ਨ ਸਿੰਘ ਉਹਦਾ ਨਾਂ ਹੈ। ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਸੋਹਣੀ ਇੱਕ ਕਵਿਤਾ ਲਿਖੀ ਤੇ ਟਾਈਮ ਹੋ ਗਿਆ ਜਾਣ ਦਾ, ਪ੍ਰਸ਼ਾਦਾ ਛਕਣ ਦਾ, ਦੁਪਹਿਰ। ਕਾਹਲੀ ਨਾਲ ਕਹਿੰਦੇ ਰੋਸ਼ਨ ਸਿੰਘ ਜਾ ਇਹਨੂੰ ਫਾਈਲ ਵਿੱਚ ਲਾ ਕੇ ਆ, ਜਿੱਥੇ ਸਾਰੀਆਂ ਕਵਿਤਾਵਾਂ ਇਕੱਠੀਆਂ ਕਰੀਦੀਆਂ ਨੇ, ਫਿਰ ਉਹਨਾਂ ਨੂੰ ਜੋੜ ਲਈਦਾ। ਜਾ ਰੱਖ ਕੇ ਆ ਤੂੰ। ਰੋਸ਼ਨ ਸਿੰਘ ਰੋਜ਼ ਰੱਖਦਾ ਸੀ, ਚਲਾ ਗਿਆ। ਪਰ ਜਾਂਦਿਆਂ ਜਾਂਦਿਆਂ ਨਾ ਮਨ ਵਿੱਚ ਇੱਕ ਇੱਛਾ ਜਾਗ ਪਈ ਵੀ ਕਵਿਤਾ ਤੇ ਗੁਰੂ ਨੇ ਲਿਖੀ, ਆਪਣਾ ਨਾਂ ਨਾ ਥੱਲੇ ਪਾ ਦਿਆਂ, ਲੋਕ ਮੈਨੂੰ ਵੀ ਯਾਦ ਕਰਿਆ ਕਰਨ, ਆਪਣਾ ਨਾਂ ਨਾ ਪਿੱਛੇ ਪਾ ਦਿਆਂ। ਗੁਰੂ ਤੇ ਪਤਾ ਨਹੀਂ ਕਿੰਨੀਆਂ ਕੁ ਸ਼ਬਦ ਉਚਾਰਦੇ ਨੇ, ਉਹਨਾਂ ਨੂੰ ਕਿਹੜਾ ਚੇਤਾ ਰਹਿਣਾ ਹੈ। ਕਈ ਵਾਰੀ ਬੰਦਾ ਭੁੱਲ ਜਾਂਦਾ। ਅੰਦਰ ਗਿਆ, ਕਾਹਲੀ ਨਾਲ ਉਹ ਸਾਰੀ ਕਵਿਤਾ ਆਪਣੇ ਪੱਟ ਤੇ ਲਿਖ ਲਈ, ਲੱਤ ਤੇ ਲਿਖ ਕੇ ਦਬਾ ਦਬ ਉਸ ਕਾਗਜ਼ ਨੂੰ ਕਿਤੇ ਰਫਾ ਦਫਾ ਇੱਧਰ ਉੱਧਰ ਰੱਖ ਦਿੱਤਾ ਵੀ ਉਹਨੂੰ ਪਿੱਛੋਂ ਲੁਕਾ ਦਿਆਂਗਾ, ਇਹ ਲੱਤ ਵਾਲੀ ਘਰ ਜਾ ਕੇ ਥੋੜ੍ਹੀ ਜਿਹੀ ਅੱਗੇ ਪਿੱਛੇ ਕਰਕੇ ਪਿੱਛੇ ਪਾ ਦਿਆਂਗੇ ਜੀ। ਰੋਸ਼ਨ ਸਿੰਘ ਕਵੀ ਇਹ ਕਹਿੰਦਾ, ਜਿਹੜੀ ਸਾਡੀ ਆਦਤ ਹੁੰਦੀ। ਜਦੋਂ ਕਾਲ ਨਾਲ ਵਾਪਸ ਮੁੜਿਆ ਨਾ ਤੇ ਸਤਿਗੁਰਾਂ ਨੇ ਵੇਖ ਲਿਆ, ਰੋਸ਼ਨ ਸਿੰਘਾ ਜੇ ਅੱਜ ਤੂੰ ਡੁੱਬ ਗਿਆ ਇਸ ਰਾਹ ਤੇ ਕੱਲ ਨੂੰ ਭਟਕ ਜਾਏਗਾ, ਫਿਰ ਜ਼ਿੰਮੇਵਾਰੀ ਮੇਰੀ ਹੋਣੀ ਹੈ, ਮੇਰੇ ਨਾਲ ਰਹਿਣਾ। ਨਾਲ ਦੇ ਸਿੱਖ ਕਹਿੰਦੇ ਮਹਾਰਾਜ ਚੱਲੀਏ। ਹਜ਼ੂਰ ਕਹਿੰਦੇ ਨਹੀਂ, ਥੋੜਾ ਜਿਹਾ ਠਹਿਰ, ਜੋ ਕੰਮ ਪੈ ਗਿਆ। ਰੋਸ਼ਨ ਸਿੰਘ ਬਾਹਰ ਆਇਆ, ਵਾਪਸ ਤੁਰਿਆ ਆਉਂਦਾ ਤੇ ਵਹਿੰਦਾ ਵੀ ਹਜ਼ੂਰ ਤੇ ਉੱਥੇ ਬੈਠੇ ਨੇ। ਚੋਰ ਕੀ ਦਾੜੀ ਮੇਂ ਤਿਣਕਾ ਵਾਲੀ ਗੱਲ ਬਣ ਗਈ, ਚਿਹਰਾ ਬਦਲ ਗਿਆ। ਜਿਹੜਾ ਬੰਦਾ ਗਲਤ ਰਾਹ ਤੇ ਤੁਰਦਾ ਉਹਦੀ ਚਾਲ ਹੀ ਦੱਸ ਦਿੰਦੀ, ਉੱਥੇ ਅੰਤਰਯਾਮਤਾ ਦੀ ਲੋੜ ਨਹੀਂ ਪੈਂਦੀ। ਕਦੀ ਨੱਕ ਤੇ ਹੱਥ ਲਾਏਗਾ, ਕਦੀ ਕੰਨ ਵਿੱਚ ਉਂਗਲ ਪਾਏਗਾ, ਕਦੀ ਹੱਥ ਮਲੇਗਾ, ਮੂੰਹ ਪਰਾਂ ਕਰੇਗਾ ਗੱਲ ਕਰਨ ਲੱਗਾ। ਝੂਠਾ ਆਦਮੀ ਹੈ, ਉਹਦੀ ਅੱਖ ਸਿੱਧੀ ਨਹੀਂ ਹੋਵੇਗੀ। ਰੋਸ਼ਨ ਸਿੰਘ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਰੋਸ਼ਨ ਸਿੰਘਾ ਦੌੜ ਕੇ ਆ। ਹੋਰ ਸ਼ੱਕ ਪੈ ਗਿਆ ਰੋਸ਼ਨ ਸਿੰਘ ਨੂੰ ਵੀ ਫੜੇ ਗਿਆ ਅੱਜ। ਗੁਰੂ ਬੜੇ ਸਖਤ ਨੇ, ਪਤਾ ਨਹੀਂ ਕੀ ਕਰ ਦੇਣ। ਪਰ ਸਤਿਗੁਰਾਂ ਨੇ ਪਿਆਰ ਨਾਲ ਬਾਂਹ ਫੜ ਕੇ ਕਿਹਾ, ਕਹਿੰਦੇ ਰੋਸ਼ਨ ਸਿੰਘ ਤੈਨੂੰ ਪਤਾ ਹੈ ਭਾਈ ਗੁਰਦਾਸ ਜੀ ਨੇ ਕੀ ਲਿਖਿਆ? ਕਹਿੰਦੇ ਕੀ? ਕਹਿੰਦੇ ਜੇ ਕਿਸੇ ਸਿੱਖ ਨੂੰ ਨਵਾਈਏ ਨਾ ਚੰਗੀ ਤਰ੍ਹਾਂ ਪਾਣੀ ਨਾਲ, ਬੜਾ ਵੱਡਾ ਪੁੰਨ ਲੱਗਦਾ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ, ਕਿਉਂਕਿ ਭਾਈ ਗੁਰਦਾਸ ਜੀ ਨੇ ਲਿਖਿਆ, ਜਿਹੜਾ ਕਵਿਤ ਪੜ੍ਹਿਆ ਜਾਂਦਾ ਨਾ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਵਾਏ ਕਾ। ਕਹਿੰਦੇ ਤੂੰ ਸੁਣਿਆ? ਕਹਿੰਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਨੇ ਰੋਸ਼ਨ ਸਿੰਘਾ ਅੱਜ ਮੇਰਾ ਜੀ ਕਰਦਾ ਤੈਨੂੰ ਮੈਂ ਮਲ ਮਲ ਕੇ ਨਵਾਵਾਂ, ਕਿਉਂਕਿ ਕਵਿਤਾ ਲਿਖੀ ਹੋਈ ਸੀ ਲੱਤ ਤੇ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਸਮਝ ਆ ਗਈ। ਪਰ ਮੈਂ ਗੱਲ ਕਰ ਰਿਹਾ ਸੀ, ਗੁਰੂ ਵੇਖੋ ਸਿੱਖ ਦਾ ਔਗੁਣ ਵੇਖ ਕੇ ਵੀ ਢੱਕ ਕੇ ਰੱਖਦਾ, ਲੋਕਾਂ ਦੇ ਸਾਹਮਣੇ ਨਸ਼ਰ ਨਹੀਂ ਕਰਦਾ। ਕਹਿਣ ਲੱਗੇ ਲਿਆਓ ਪਾਣੀ, ਲਿਆਓ ਦਹੀਂ। ਕਹਿੰਦਾ ਮਹਾਰਾਜ ਮੈਂ ਆਪੇ ਦਰਿਆ ਤੇ। ਕਹਿਣ ਲੱਗੇ ਨਹੀਂ, ਮੈਂ ਤੈਨੂੰ ਕਿਹਾ ਵੀ ਪੁੰਨ ਮੈਂ ਲੈਣਾ ਤੈਨੂੰ ਨਹਾਉਣ। ਉੱਥੇ ਸਤਿਗੁਰਾਂ ਨੇ ਸਾਹਮਣੇ ਇਸ਼ਨਾਨ ਜਦੋਂ ਕਰਵਾਇਆ ਨਾ, ਤੇ ਕਹਿੰਦੇ ਚੰਗੀ ਤਰ੍ਹਾਂ ਮਲ ਰੋਸ਼ਨ ਸਿੰਘਾ, ਕੋਈ ਮੈਲ ਨਾ ਰਹਿ ਜਾਏ ਕਿਤੇ, ਕਿਤੇ ਸ਼ਾਹੀ ਨਾ ਅੜ ਜਾਏ ਕਿਤੇ। ਸਾਰਾ ਜਿਹੜਾ ਲਿਖਿਆ ਸੀ ਨਾ ਚੋਰੀ ਦਾ ਸ਼ਬਦ ਸਾਰਾ ਪਾਣੀ ਨਾਲ ਲੈ ਗਿਆ, ਮਿਟ ਗਿਆ। ਜਦੋਂ ਕੱਪੜੇ ਪਵਾਏ ਤੇ ਸਤਿਗੁਰੂ ਕਹਿੰਦੇ ਰੋਸ਼ਨ ਸਿੰਘ ਕਿਤੇ ਮੈਲ ਤੇ ਨਹੀਂ ਰਹਿ ਗਈ? ਇਸ਼ਾਰਾ ਕੀਤਾ ਵੀ ਅੱਖਰ ਤੇ ਨਹੀਂ ਰਹਿ ਗਿਆ ਕੋਈ। ਹੱਥ ਜੋੜੇ ਪੈਰਾਂ ਤੇ ਡਿੱਗ ਪਿਆ, ਕਹਿਣ ਲੱਗਾ ਮਹਾਰਾਜ ਬਾਹਰਲੇ ਅੱਖਰ ਵੀ ਲੈ ਗਏ ਨੇ ਤੇ ਅੰਦਰੋਂ ਵੀ ਲੈ ਗਏ ਨੇ। ਰੋਸ਼ਨ ਸਿੰਘ ਦਾ ਮਨ ਖਾਲੀ ਹੋ ਗਿਆ, ਸਾਫ਼ ਬਿਲਕੁਲ। ਬਖਸ਼ਿਸ਼ ਕੀਤੀ। ਇਹ ਚੀਜ਼ ਫਿਰ ਬਾਅਦ ਵਿੱਚ ਉਹਨੇ ਆਪ ਪ੍ਰਗਟ ਕੀਤੀ, ਪਰ ਸਤਿਗੁਰਾਂ ਨੇ ਉਹਦਾ ਪਰਦਾ ਕੱਜਿਆ, ਆਪ ਨਹੀਂ ਦੱਸਿਆ ਕਿਸੇ। ਇਹਨੂੰ ਕਹਿੰਦੇ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਉਹਦੀ ਸ਼ਰਨ ਵਿੱਚ ਪਾਓ ਜਿਹੜਾ ਬਹੁਤ ਵੱਡਾ ਠਾਕੁਰ ਹੈ, ਜਿਹਦੀ ਕਿਰਪਾ ਨਾਲ ਤੇਰੇ ਤੱਕ ਕਿਸੇ ਦਾ ਹੱਥ ਨਹੀਂ ਪਹੁੰਚਦਾ, ਤੇਰੇ ਦੁਸ਼ਮਣ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੇ, ਤੇਰਾ ਕੋਈ ਨੁਕਸਾਨ ਨਹੀਂ ਕਰ ਸਕਦੇ। ਮਨ ਸਾਜ ਸਾਜ ਸਿਮਰੋ ਪ੍ਰਭ ਉੱਚੇ। ਐਸੇ ਉੱਚੇ ਅਕਾਲ ਪੁਰਖ ਨੂੰ ਸਿਮਰਨਾ ਚਾਹੀਦਾ ਹੈ। ਜੇ ਪ੍ਰਸਾਦ ਪਾਈ ਦੁਰਲਭ ਦੇ,
ਨਾਨਕ ਤਾਂ ਕੀ ਭਗਤ ਕਰੇ, ਜਿਹਦੀ ਕਿਰਪਾ ਦੇ ਨਾਲ ਕਹਿੰਦੇ ਦੁਰਲੱਭ ਦੇਹ ਦੀ ਪ੍ਰਾਪਤੀ ਹੈ। ਐਸੇ ਵਾਹਿਗੁਰੂ ਦੀ ਭਗਤੀ ਬੰਦਗੀ ਕਰਨੀ ਚਾਹੀਦੀ। ਸਤਿਗੁਰੂ ਇਹਨਾਂ ਸ਼ਬਦਾਂ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਿਹਦੀ ਕਿਰਪਾ ਦੇ ਨਾਲ ਦੁਰਲੱਭ ਦੇਹ ਦੀ ਪ੍ਰਾਪਤੀ ਹੁੰਦੀ ਹੈ, ਉਸ ਦੀ ਬੰਦਗੀ ਕਰਨੀ ਚਾਹੀਦੀ। ਹੁਣ ਇਹ 3 ਅੰਗ ਪਹਿਲੇ ਅਸ਼ਟਪਦੀ ਵਿੱਚ ਰਹਿੰਦੇ ਸਨ, ਆਪਾਂ 5-7 ਮਿੰਟਾਂ ਵਿੱਚ ਪੂਰੇ ਕਰਾਂਗੇ। ਅੱਖਰੀ ਅਰਥ ਆਪਾਂ ਸਮਝਾਂਗੇ ਜੋ ਪਿੱਛੇ ਬਚ ਗਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ। ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਨਾਂ ਵਿੱਚ ਪਰ ਉਪਕਾਰ ਦੀ ਭਾਵਨਾ ਜਾਗ ਪੈਂਦੀ ਹੈ। ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਿਮਰਨ ਕਰਨ ਵਾਲਿਆਂ ਤੋਂ ਬਲਿਹਾਰ ਜਾਂਦੇ ਹਨ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਮੁਖ ਤੇ ਇੱਕ ਸੁਹਾਵਣਾਪਣ, ਇੱਕ ਇਸ਼ਨਾਨ, ਇੱਕ ਸ਼ੁੱਧਤਾ ਰਹਿੰਦੀ ਹੈ, ਚੜ੍ਹਦੀ ਕਲਾ ਰਹਿੰਦੀ ਹੈ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦਾ ਜੀਵਨ ਸੁਖ ਸਹਿਤ ਬਿਹਾਵੈ, ਲੰਘਦਾ ਹੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਉਹਨਾਂ ਨੇ ਆਪਣੇ ਆਤਮ ਨੂੰ ਜਿੱਤ ਲਿਆ। ਇੱਥੇ ਆਤਮ ਜਿੱਤਣ ਦਾ ਮਤਲਬ ਕੀ ਹੈ? ਆਤਮ ਜਿੱਤਣ ਦਾ ਮਤਲਬ ਹੈ ਸਮੂਹ ਵਿਕਾਰਾਂ ਨੂੰ। ਨਹੀਂ ਤੇ ਆਪਾਂ ਇੱਕ ਵਿਕਾਰ ਨੂੰ ਜਿੱਤਨੇ ਆ, ਦੂਜਾ ਆ ਜਾਂਦਾ, ਦੂਸਰਾ ਤੇ ਤੀਸਰਾ ਆ ਗਿਆ। ਜੇ ਕ੍ਰੋਧ ਨਹੀਂ ਕਰਦੇ ਤੇ ਲੋਭ ਬੜਾ ਹੈ, ਜੇ ਲੋਭ ਛੱਡਦੇ ਆ ਤੇ ਹੰਕਾਰ ਬਹੁਤ ਜ਼ਿਆਦਾ ਹੈ। ਜਦੋਂ ਆਤਮ ਜਿੱਤਣ ਦੀ ਗੱਲ ਆਵੇਗੀ ਉਹਦੇ ਅਰਥ ਹੋਣਗੇ ਕਿ ਇੱਕੋ ਵਕਤ ਸਾਰੇ ਵਿਕਾਰਾਂ ਨੂੰ ਕੰਟਰੋਲ ਕਰ ਲੈਣਾ। ਉਹਨਾਂ ਨੇ ਆਤਮ ਨੂੰ ਜਿੱਤ ਲਿਆ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ। ਸਹਿਬ ਅੱਗੇ ਬਚਨ ਕੀਤੇ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਸੰਸਾਰਿਕ ਤੌਰ ਤੇ ਵਿਚਰਨ ਦੀਆਂ ਰੀਤਾਂ, ਉਹਨਾਂ ਦੇ ਜੀਵਨ ਦੀ ਕਲਾ ਪਵਿੱਤਰ ਹੋ ਜਾਂਦੀ ਹੈ, ਉੱਚੀ ਹੋ ਜਾਂਦੀ ਹੈ। ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਕਨੇਰੇ ਆਨੰਦ ਦਾ ਮਤਲਬ ਹੈ ਗੂੜੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ। ਸਿਮਰਨ ਹੀ ਇੱਕ ਐਸੀ ਕਲਾ ਹੈ ਜਿਹਦੇ ਰਾਹੀਂ ਮਨੁੱਖ ਵਾਹਿਗੁਰੂ ਦੇ ਬਿਲਕੁਲ ਨੇੜੇ ਰਹਿਣ ਲੱਗ ਪੈਂਦਾ ਹੈ। ਸਿੱਧਾ ਸੋਚਣ ਨਾਲ ਨਹੀਂ। ਕੋਈ ਸਾਰੀ ਉਮਰ ਸੋਚਦਾ ਰਹੇ ਮੈਂ ਇੱਥੇ ਹਾਂ, ਰੱਬ ਮੇਰੇ ਕੋਲ, ਇਹ ਇੱਕ ਮਿਥਿਆ ਗਿਆਨ ਆਪਣੇ ਦੁਆਰਾ ਬਣਾਇਆ। ਪਰ ਸਿਮਰਨ ਇੱਕ ਐਸੀ ਕਨੈਕਸ਼ਨ ਕਰਨ ਦੀ ਇੱਕ ਦਸ਼ਾ ਹੈ ਜਿਹੜੀ ਮਨੁੱਖ ਨੂੰ ਨੇੜੇ ਖਿੱਚ ਕੇ ਲੈ ਕੇ ਜਾਂਦੀ। ਇਸ ਲਈ ਕਹਿੰਦੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਹਜ਼ੂਰ ਕਹਿੰਦੇ ਸੰਤ ਕਿਰਪਾ ਤੇ ਅੰਦਿਨ ਜਾਗ। ਨਾਨਕ ਸਿਮਰਨ ਪੂਰੈ ਭਾਗ। ਗੁਰੂ ਕਿਰਪਾ ਦੁਆਰਾ, ਗੁਰਮੁਖਾਂ ਦੀ ਸੰਗਤ ਕਰਕੇ, ਸਾਧੂਆਂ ਦੀ ਸੰਗਤ ਦੁਆਰਾ ਮਨੁੱਖ ਦਾ ਮਨ ਦਿਨ ਰਾਤ ਇੱਕ ਜਾਗਰਿਤ ਦਸ਼ਾ ਵਿੱਚ ਰਹਿੰਦਾ ਹੈ, ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਔਰ ਇਹ ਸਿਮਰਨ ਦੀ ਦਾਤ ਪੂਰੇ ਭਾਗ ਦੁਆਰਾ ਪ੍ਰਾਪਤ ਹੁੰਦੀ ਹੈ, ਕਿਉਂਕਿ ਜਿੰਨਾ ਚਿਰ ਅੰਦਰ ਭਾਗ ਨਹੀਂ ਉਹਨਾਂ ਚਿਰ ਅੰਦਰ ਨਾਮ ਟਿਕਦਾ ਨਹੀਂ। ਪੂਰਨ ਭਾਗ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਪ੍ਰਭ ਕੈ ਸਿਮਰਨ ਕਾਰਜ ਪੂਰੇ। ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ। ਤੁਸੀਂ ਵੇਖੋਗੇ ਅਸੀਂ ਸਾਰੀ ਜ਼ਿੰਦਗੀ ਸੋਚਦੇ ਹਾਂ ਕੰਮ ਮੁਕਾ ਦੇਣੇ ਨੇ, ਕੰਮ ਮੁਕਾ ਦੇਣੇ ਨੇ, ਅਗਲੇ ਸਾਲ ਸਭ ਕਰ ਦੇਣਾ। ਪਹਿਲਾਂ ਆਪਣੇ ਬੱਚਿਆਂ ਨੂੰ ਸੈੱਟ ਕਰਦਾ ਮਨੁੱਖ, ਫਿਰ ਅੱਗੋਂ ਉਹਨਾਂ ਦੀ ਔਲਾਦ, ਫਿਰ ਉਹਨਾਂ ਦੀ। ਪਰ ਕਿਤੇ ਵੀ ਜਾ ਕੇ ਸੰਤੁਸ਼ਟੀ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਜਿਹੜਾ ਸਿਮਰਨ ਕਰਨ ਵਾਲਾ ਹੈ ਉਹ ਭਾਵੇਂ ਇਹ ਕੰਮ ਕਰਦਾ ਵੀ ਰਹਿੰਦਾ ਹੈ, ਇਹ ਯਤਨ ਕਰਦਾ ਵੀ ਰਹਿੰਦਾ ਹੈ, ਪਰ ਉਹਦੇ ਅੰਦਰ ਇੱਕ ਅਹਿਸਾਸ ਬਣਿਆ ਰਹਿੰਦਾ ਹੈ ਕਿ ਮੇਰਾ ਕੰਮ ਪੂਰਾ ਹੋ ਚੁੱਕਾ ਹੈ। ਉਹ ਕਿਸੇ ਝੋਰੇ ਵਿੱਚ ਨਹੀਂ ਰਹਿੰਦਾ, ਚਿੰਤਾ ਵਿੱਚ ਨਹੀਂ ਰਹਿੰਦਾ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ। ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਉਹਦੇ ਗੁਣ ਗਾਉਣ ਵਾਲੀ ਬਾਣੀ ਦੀ ਪ੍ਰਾਪਤੀ ਹੁੰਦੀ, ਭਾਵ ਉਹਦੀ ਉਸਤਤ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ। ਔਰ ਉਸ ਗੁਰਮੁਖ ਦੀ ਜਿਹੜੀ ਸਿਮਰਤੀ ਹੈ, ਬਿਰਤੀ ਹੈ, ਉਹ ਸਹਿਜ ਵਿੱਚ ਸਮਾ ਜਾਂਦੀ ਸਿਮਰਨ ਦੁਆਰਾ।
फिर कहते प्रभ कै सिमरन निहचल आसन। आसन कहते ने बहन नूं, जिवें आपां बैठने आ ना, निहचल नहीं बैठ सकते, शरीर नहीं टिकदा। ਜਿਹੜੇ ਗੁਰਮੁਖ ਸਿਮਰਨ ਕਰਦੇ ਨੇ ਉਹਨਾਂ ਦਾ ਆਸਨ ਨਿਹਚਲ ਹੋ ਜਾਂਦਾ ਹੈ, ਬਹੁਤ ਜ਼ਿਆਦਾ ਟਿਕ ਜਾਂਦਾ ਹੈ। ਜਿਵੇਂ ਕਈ ਗੁਰਮੁਖਾਂ ਦੇ ਜੀਵਨ ਪੜ੍ਹੀਦੇ ਨੇ ਕਿ ਉਹ ਜਿਉਂ ਬੈਠਦੇ ਨੇ ਸਾਰਾ ਦਿਨ ਉਹਨਾਂ ਨੂੰ ਉੱਠਣਾ ਨਹੀਂ ਪੈਂਦਾ, ਧਿਆਨ ਲੱਗ ਜਾਂਦਾ। ਅਸੀਂ ਕਈ ਵਾਰੀ ਉਹਨਾਂ ਦੀ ਰੀਸ ਵਿੱਚ ਆਪ ਧੱਕੇ ਨਾਲ ਆਪਣੇ ਗੋਡੇ ਫੜ ਕੇ ਦੱਬ ਕੇ ਬੈਠੇ ਰਹਿੰਦੇ ਹਾਂ, ਇਹ ਹੋਰ ਚੀਜ਼ ਹੈ। ਉਹ ਐਸੇ ਆਨੰਦ ਵਿੱਚ ਬਹਿੰਦੇ ਨੇ ਕਿ ਪਰਤ ਕੇ ਉਹਨਾਂ ਦਾ ਸਰੀਰ ਕਹਿੰਦੇ ਨੇ ਵੀ ਇੱਥੋਂ ਉੱਠਣਾ ਚਾਹੀਦਾ। ਇੰਨੇ ਆਨੰਦ ਵਿੱਚ ਥਕਾਵਟ ਤੋਂ ਰਹਿਤ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਉਹਨਾਂ ਦੀ ਦਸ਼ਾ ਨਿਹਚਲ ਆਸਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਕਹਿੰਦੇ ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਸਾਡੇ ਅੰਦਰ ਇੱਕ ਮਾਨੋ ਕਮਲਵਤ ਇੱਕ ਵਸਤੂ ਹੈ, ਜਿਵੇਂ ਕਮਲ ਖਿੜਦਾ ਇਸ ਤਰ੍ਹਾਂ ਬੰਦੇ ਦਾ ਜੀਵਨ ਸਿਮਰਨ ਦੇ ਨਾਲ ਖਿੜ ਜਾਂਦਾ ਹੈ, ਸੁਗੰਧੀ ਆਉਣ ਲੱਗ ਪੈਂਦੀ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਅਕਾਲ ਪੁਰਖ ਦੇ ਸਿਮਰਨ ਦੀ ਇੱਕ ਐਸੀ ਦਸ਼ਾ ਹੈ ਜਿੱਥੇ ਜਾ ਕੇ ਅਨਹਦ ਚੁਨਕਾਰ, ਇੱਕ ਐਸੀ ਧੁਨ ਸੁਣਨ ਨੂੰ ਮਿਲਦੀ ਹੈ ਜਿਹਦੇ ਵਿੱਚ ਜਿਹਦੀ ਕੋਈ ਹੱਦ ਨਹੀਂ, ਜਿਹਦਾ ਕੋਈ ਅੰਤ ਨਹੀਂ, ਔਰ ਉਸ ਸੁਖ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਿਆ। ਪਰ ਸਿਮਰਨ ਉਹ ਹੀ ਮਨੁੱਖ ਕਰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਮਇਆ ਹੁੰਦੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਨਾਂ ਮਨੁੱਖਾਂ ਦੀ, ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਪੈ ਗਿਆ ਹਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿੰਨੇ ਵੀ ਭਗਤ ਪ੍ਰਗਟ ਹੋਏ ਨੇ ਉਹ ਸਿਮਰਨ ਦੀ ਬਰਕਤ ਨਾਲ ਪ੍ਰਗਟ ਹੋਏ ਨੇ। ਉਹਨਾਂ ਨੇ ਕਿਤੇ ਨਾ ਕਿਤੇ ਬੰਦਗੀ ਕੀਤੀ, ਸਿਮਰਨ ਕੀਤਾ, ਤੇ ਸਿਮਰਨ ਉਹਨਾਂ ਨੂੰ ਪ੍ਰਗਟ ਕਰਕੇ ਉਹ ਆਪ ਇੱਛਾ ਅਨੁਸਾਰ ਪ੍ਰਗਟ ਨਹੀਂ ਹੋਏ, ਪਰਮਾਤਮਾ ਨੇ ਉਹਨਾਂ ਨੂੰ ਸਾਹਮਣੇ ਲੈ ਆਂਦਾ। ਹਰ ਸਿਮਰਨ ਲਗ ਬੇਦ ਉਪਾਏ। ਅੱਜ ਤੱਕ ਦੇ ਜਿੰਨੇ ਧਾਰਮਿਕ ਗ੍ਰੰਥ ਨੇ ਉਹ ਸਾਰੇ ਦੇ ਸਾਰੇ ਸਿਮਰਨ ਕਰਨ ਵਾਲਿਆਂ ਦੇ ਦੁਆਰਾ ਹੀ ਪ੍ਰਗਟ ਕੀਤੇ ਗਏ ਹਨ। ਹਰ ਸਿਮਰਨ ਭੈ ਸਿੱਧ ਜਤੀ ਦਾਤੇ। ਜਿੰਨੇ ਸਿੱਧ ਜਤੀ ਔਰ ਉੱਚੇ ਜੀਵਨ ਵਾਲੇ ਦਾਨੀ ਲੋਕ ਹੋਏ ਨੇ, ਇਹ ਸਭ ਸਿਮਰਨ ਦੀਆਂ ਬਰਕਤਾਂ ਦੁਆਰਾ ਪੈਦਾ ਹੋਏ। ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਜਿਹੜੇ ਬਿਲਕੁਲ ਨੀਚ ਸਨ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਉਹ ਚੌਹਾਂ ਪਾਸਿਆਂ ਵਿੱਚ ਮਸ਼ਹੂਰ ਹੋਏ ਜਾਣਕਾਰੀ ਦੇ ਕਾਰਨ। ਇਹ ਸਭ ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਹਨ। ਫਿਰ ਕਹਿੰਦੇ ਹਰ ਸਿਮਰਨ ਧਾਰੀ ਸਭ ਧਰਨਾ। ਸਿਮਰ ਸਿਮਰ ਹਰ ਕਾਰਨ ਕਰਨਾ। ਧਰਨਾ ਦੇ ਅਰਥ ਹੈ ਧਰਤੀ। ਇਹ ਸਾਰੀ ਧਰਤੀ ਵੀ ਸਿਮਰਨ ਦੁਆਰਾ ਹੀ ਟਿਕੀ ਹੋਈ ਹੈ। ਇਹ ਸਿਮਰਨ ਦੀ ਬਰਕਤ ਨਾਲ ਹੀ ਖੜੀ ਹੋਈ ਹੈ। ਐਸੇ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ ਹੈ ਜੋ ਆਪ ਵੀ ਕਰ ਸਕਦਾ ਹੈ ਤੇ ਕਿਸੇ ਤੋਂ ਕਰਾ ਵੀ ਸਕਦਾ ਹੈ। ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਨਾਮ ਦੇ ਵਿੱਚੋਂ ਹੀ ਇਹ ਸਾਰਾ ਆਕਾਰ ਪ੍ਰਗਟ ਹੋਇਆ ਹੈ ਔਰ ਸਿਮਰਨ ਦੇ ਵਿੱਚ ਆਪ ਨਿਰੰਕਾਰ ਦਾ ਨਿਵਾਸ ਹੁੰਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਕਿਰਪਾ ਕਰਕੇ ਜਿਸ ਦੇ ਸਿਰ ਤੇ ਹੱਥ ਰੱਖਦੇ ਨੇ ਸਤਿਗੁਰੂ, ਉਸ ਨੂੰ ਇਹ ਸਿਮਰਨ ਦੀ ਦਾਤ ਦਾ ਬੁਝਾਰਤ ਬੁਝਾਉਂਦੇ ਹਨ ਔਰ ਗੁਰੂ ਦੀ ਕਿਰਪਾ ਨਾਲ ਉਹ ਸਿਮਰਨ ਦੀ ਦਾਤ ਨੂੰ ਪ੍ਰਾਪਤ ਕਰ ਲੈਂਦਾ ਹੈ। ਆਓ 1-2 ਮਿੰਟ ਵਾਸਤੇ ਸਿਮਰਨ ਵਿੱਚ ਨਾਮ ਵਿੱਚ ਜੁੜੀਏ, ਫਿਰ ਸਮਾਪਤੀ ਵੱਲ ਤੁਰਾਂਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ